ਸਤਿ ਸ਼੍ਰੀ ਅਕਾਲ ਪੱਕੀਆਂ ਖਬਰਾਂ 'ਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਮੈਂ ਹਾਂ ਹਰਨੇਹਾ ਗੁਲਾਟੀ ਤੇ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਹੈ ਇੱਕ ਬਹੁਤ ਹੀ ਖਾਸ ਮਹਿਮਾਨ ਰਾਜ ਗਰੇਵਾਲ ਜੋ ਕਿ ਇੱਕ ਲਿਬਰਲ ਕੈਂਡੀਡੇਟ ਹਨ ਬਰੈਂਪਟਨ ਈਸਟ ਤੋਂ। ਅੱਜ ਦੀ ਸਾਡੀ ਡਿਸਕਸ਼ਨ ਰਹੇਗੀ ਆਉਣ ਵਾਲੀਆਂ ਚੋਣਾਂ ਦੇ ਉੱਤੇ ਤੇ ਸਾਡਾ ਸਾਥ ਦੇ ਰਹੇ ਹਨ ਪਰਮਿੰਦਰ ਸਿੰਘ ਜੀ। ਤੇ ਸਭ ਤੋਂ ਪਹਿਲਾਂ ਮਿਸਟਰ ਗਰੇਵਾਲ ਵੈਲਕਮ ਟੂ ਦ ਸਟੂਡੀਓ। Thank you so much for having me and ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਰੀ ਨਾਈਸ। ਸੋ ਮਿਸਟਰ ਗਰੇਵਾਲ ਅਸੀਂ ਗੱਲਬਾਤ ਕਰਾਂਗੇ ਥੋੜ੍ਹਾ ਜਿਹਾ ਆਪਣੇ ਬਾਰੇ ਤੇ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਤੁਹਾਡੀ ਜੰਪਲ ਕਿੱਥੇ ਹੈਗੀ ਹੈ ਤੇ ਤੁਸੀਂ ਕੈਨੇਡਾ 'ਚ ਕਿਸ ਪ੍ਰੋਫੈਸ਼ਨ 'ਚ ਹੋ ਤੇ ਆਫਟਰ ਆਲ ਲਿਬਰਲ ਕੈਂਡੀਡੇਸੀ ਦਾ ਖਿਆਲ ਤੁਹਾਡੇ ਮਨ 'ਚ ਕਿੱਦਾਂ ਆਇਆ ਤੇ ਕਿਸ ਤਰ੍ਹਾਂ ਤੁਹਾਡੀ ਸ਼ੁਰੂਆਤ ਹੋਈ? ਹਾਂਜੀ ਸੋ ਜਿਵੇਂ ਤੁਸੀਂ ਕਿਹਾ ਮੇਰਾ ਨਾਮ ਰਾਜ ਗਰੇਵਾਲ ਆ ਤੇ ਮੈਂ ਲਿਬਰਲ ਪਾਰਟੀ ਆਫ ਕੈਨੇਡਾ ਦਾ ਉਮੀਦਵਾਰ ਆ ਬਰੈਂਪਟਨ ਈਸਟ 'ਚੋਂ। ਮੈਂ 29 years old ਹਾਂ ਤੇ ਮੇਰਾ ਜੰਪਲ ਕੈਨੇਡਾ ਦੇ ਵਿੱਚ ਆ। ਉਹ ਮੈਂ 24 ਸਾਲ ਬਰੈਂਪਟਨ ਦੇ ਵਿੱਚ ਰਹਿੰਦਾ ਵਾਸਤਾ। ਮੈਂ ਪਹਿਲਾਂ BBA ਕੀਤੀ ਸੀਗੀ ਫਰਮ ਵਿਲਫਰਡ ਲੋਰੀਅਰ ਯੂਨੀਵਰਸਿਟੀ ਵਿਦ ਅ ਸਪੈਸ਼ਲਾਈਜੇਸ਼ਨ ਇਨ ਫਾਈਨੈਂਸ। ਉਹ ਤੋਂ ਬਾਅਦ ਮੈਂ MBA ਕੀਤੀ ਸੀਗੀ ਫਰਮ ਦ ਸ਼ੂਲਰ ਸਕੂਲ ਆਫ ਬਿਜ਼ਨਸ ਤੇ ਉਹ ਤੋਂ ਬਾਅਦ ਮੈਂ ਵਕੀਲ ਬਣਿਆ ਸੀਗਾ ਫਰਮ ਆਸਗੁਡ ਹਾਲ ਲਾਅ ਸਕੂਲ ਤੇ ਅੱਜ ਮੈਂ ਕਾਰਪੋਰੇਟ ਲਾਅ ਪ੍ਰੈਕਟਿਸ ਕਰਦਾ ਸਭ ਤੋਂ ਕੈਨੇਡਾ ਦੀ ਵੱਡੀ ਫਰਮ ਗੈਲਿੰਗਸ WLG। ਤੇ ਅਸੀਂ ਲਿਬਰਲ ਪਾਰਟੀ ਨਾਲ 10 ਸਾਲ ਦੇ ਜੁੜੇ ਹੋਏ ਹਾਂ। ਉਹ 18 ਸਾਲ ਦੇ ਅਸੀਂ ਸ਼ੁਰੂ ਕੀਤੇ ਸੀਗੇ ਵਾਲੰਟੀਅਰ ਕੰਮ ਤੇ ਉਹਦੇ ਨਾਲ ਪਾਰਟੀ ਕਦੇ ਛੱਡੀ ਨਹੀਂ। ਜਦੋਂ ਵੀ ਪਾਰਟੀ ਉੱਪਰ ਸੀ ਉਦੋਂ ਵੀ ਪਾਰਟੀ ਨਾਲ ਸੀਗੇ, ਜਦੋਂ ਪਾਰਟੀ ਥੱਲੇ ਵੀ ਸੀਗੀ ਉਦੋਂ ਵੀ ਅਸੀਂ ਲਿਬਰਲ ਸੀਗੇ ਤੇ ਸਾਨੂੰ ਮੌਕਾ ਮਿਲਿਆ ਸੀਗਾ। ਅਸੀਂ ਬਹੁਤ ਮਿਹਨਤ ਕੀਤੀ ਸੀਗੀ ਪਿਛਲੇ 2 ਸਾਲਾਂ 'ਚੋਂ ਜਦੋਂ ਅਸੀਂ ਨੋਮੀਨੇਸ਼ਨ ਦੀ ਤਿਆਰੀ ਕੀਤੀ ਸੀਗੀ। ਸਾਰੇ ਭਾਈਚਾਰੇ ਨੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਸੀਗਾ ਤੇ ਅਸੀਂ ਪਿਛਲੇ ਸਾਲ ਨੋਮੀਨੇਸ਼ਨ ਜਿੱਤੇ ਸੀਗੇ ਤੇ ਉਹ ਤੋਂ ਬਾਅਦ 1 ਸਾਲ ਦੀ ਸਾਡੀ ਪੂਰੀ ਤਿਆਰੀ ਸੀਗੀ ਜਨਰਲ ਇਲੈਕਸ਼ਨ ਦੀ ਤੇ ਹੁਣ 2 ਮਹੀਨੇ ਰਹਿ ਗਏ ਤੇ ਟੀਮ ਕਾਫੀ ਮਿਹਨਤ ਕਰੀ ਜਾਂਦੀ ਆ ਤੇ ਰਿਸਪਾਂਸ ਅੱਜ ਤੱਕ ਬਹੁਤ ਵਧੀਆ ਤੇ ਪੂਰੀ ਆਸ ਹੈ ਕਿ ਜਸਟਿਨ ਟਰੂਡੋ ਬਣਨਗਾ ਪ੍ਰਧਾਨ ਮੰਤਰੀ ਅਕਤੂਬਰ 19 ਨੂੰ ਤੇ ਬਰੈਂਪਟਨ ਈਸਟ 'ਚੋਂ ਲਾਲੋ ਲਾਲ ਹੋਣਗਾ। ਠੀਕ ਹੈ। ਤੁਸੀਂ ਮੈਂਸ਼ਨ ਕੀਤਾ ਕਿ ਤੁਸੀਂ 18 ਸਾਲ ਤੋਂ ਹੀ ਲਿਬਰਲ ਪਾਰਟੀ ਨੂੰ ਜੋ ਜਿਹੜਾ ਸਾਥ ਹੈ ਉਹਨਾਂ ਨਾਲ ਜੁੜ ਗਏ ਸੀਗੇ ਤੇ 18 ਸਾਲ ਤੇ ਉਸ ਟਾਈਮ ਤੁਸੀਂ ਆਪਣਾ ਕਰੀਅਰ ਚੂਜ਼ ਕਰ ਰਹੇ ਹੁੰਦੇ ਹੋ ਤੁਹਾਨੂੰ ਪੋਲਿਟਿਕਸ 'ਚ ਕਿਸ ਤਰ੍ਹਾਂ ਇੰਟਰਸਟ ਆਇਆ? ਇੰਟਰਸਟ ਇਹੀ ਸੀਗਾ ਕਮਿਊਨਿਟੀ ਸਰਵਿਸ ਤੇ ਦੈਟ ਸਾਨੂੰ ਪਤਾ ਸੀਗਾ that ਠੀਕ ਹੈ ਸਾਡਾ ਇੱਥੇ ਜੰਮਪਲ ਆ ਬਟ ਮੰਮੀ ਡੈਡੀ ਪੰਜਾਬ ਦੇ ਵਿੱਚ ਜੰਮੇ ਸੀਗੇ। ਡੈਡੀ ਜੀ ਸਾਡਾ ਪਿੰਡ ਹੈਗਾ ਸਰਾਭਾ ਸ਼ਹੀਦ ਕਰਤਾਰ ਸਿੰਘ ਸਰਾਭਾ। ਸੋ ਸਾਡੇ ਪਰਿਵਾਰ ਦੇ ਵਿੱਚ ਇਹ ਸੇਵਾ ਦਾ ਕਾਨਸੈਪਟ ਆ, ਸਿੱਖੀ ਦੇ ਵਿੱਚ ਸੇਵਾ ਦਾ ਕਾਨਸੈਪਟ ਆ ਤੇ ਕਮਿਊਨਿਟੀ ਬੇਸਡ ਪੋਲਿਟਿਕਸ ਦੇ ਵਿੱਚ ਕਮਿਊਨਿਟੀ ਤੋਂ ਬਾਹਰ ਵੀ ਗੁਰੂ ਗੋਬਿੰਦ ਸਿੰਘ ਚੋਜ਼ਨ ਫਾਊਂਡੇਸ਼ਨ ਨਾਲ ਇਨਵੋਲਵ ਸੀਗੇ। ਇੱਕ ਬੜੀ ਮਸ਼ਹੂਰ ਫਾਊਂਡੇਸ਼ਨ ਇੱਥੇ ਲੋਕਲੀ ਦੈਟ ਪੈਸੇ ਇਕੱਠੇ ਕਰਦੇ ਆ ਫਿਰ ਜਿਹੜੇ ਆਪਣੇ ਗਰੀਬ ਜਵਾਕ ਆ ਥਰਡ ਵਰਲਡ ਕੰਟਰੀਜ਼। ਉਹਦੇ ਨਾਲ ਜਦੋਂ ਅਸੀਂ ਜੁੜੇ ਸੀਗੇ ਕਮਿਊਨਿਟੀ ਦਾ ਪਿਆਰ ਇੱਕ ਸੀਗਾ ਤੇ ਨਾਲ ਕਮਿਊਨਿਟੀ ਸਰਵਿਸ ਅਸੀਂ ਕਮਿਊਨਿਟੀ ਨਾਲ ਕੰਮ ਕਿਵੇਂ ਕਰਨਾ ਤੇ ਕਮਿਊਨਿਟੀ ਨੂੰ ਵਧਾਉਣਾ ਅੱਗੇ ਕਿਵੇਂ ਕਰਨਾ। ਸੋ ਨੈਚੁਰਲੀ ਅਸੀਂ ਪੋਲਿਟਿਕਸ ਦੇ ਵਿੱਚ ਹਿੱਸਾ ਲੈਣਾ ਸੀਗਾ ਤੇ ਉਦੋਂ ਅਸੀਂ ਜੁੜੇ ਹੋਏ ਹਾਂ ਲਿਬਰਲ ਪਾਰਟੀ ਨਾਲ। ਨਾ ਕਿ ਬਿਕਾਜ਼ ਸਾਡੇ ਡੈਡੀ ਜੀ ਲਿਬਰਲ ਸੀਗੇ ਔਰ ਸਾਡੀ ਫੈਮਿਲੀ ਲਿਬਰਲ ਸੀਗੀ। ਮੈਂ ਲਿਬਰਲ ਹੈਗਾ ਬਿਕਾਜ਼ ਮੈਂ ਉਹਨਾਂ ਦੀ ਆਈਡੀਓਲੋਜੀ ਬਲੀਵ ਕਰਦਾ। ਜਦੋਂ ਅਸੀਂ ਉਹਨਾਂ ਦੀ ਹਿਸਟਰੀ ਪੜ੍ਹਦੇ ਹਾਂ ਪੀਅਰ ਐਲੀਅਟ ਟਰੂਡੋ ਤੋਂ ਜੌਨ ਕ੍ਰਿਸਚੀਅਨ ਤੋਂ ਪਾਲ ਮਾਰਟਿਨ ਤੋਂ ਹਮੇਸ਼ਾ ਹੀ ਕੈਨੇਡਾ ਦੀ ਲਿਬਰਲ ਪਾਰਟੀ ਨੇ ਆਪਣੇ ਭਾਈਚਾਰੇ ਵਾਸਤੇ ਤੇ ਸਾਰੀ ਇਨਸਾਨੀਅਤ ਵਾਸਤੇ ਕੈਨੇਡਾ ਦੇ ਵਿੱਚ ਚੰਗਾ ਹੀ ਕੀਤਾ ਸੀਗਾ। ਤੇ ਜਿਵੇਂ ਮੈਂ ਬਿਜ਼ਨਸ ਐਜੂਕੇਸ਼ਨ ਮੈਂ ਪਹਿਲਾਂ ਕਿਹਾ ਸੀ ਕਿ ਮੈਂ MBA ਕੀਤੀ ਉਹ ਤੋਂ ਪਹਿਲਾਂ BBA ਕੀਤੀ ਸੀ। ਸੋ ਮੇਰੇ ਕੋਲ ਫਿਸਕਲ ਰਿਸਪੌਂਸਿਬਿਲਿਟੀ ਦਾ ਵੀ ਆ ਤੇ ਲਿਬਰਲ ਪਾਰਟੀ ਨੇ ਹਮੇਸ਼ਾ ਹੀ ਆਪਣੇ ਫਾਈਨੈਂਸ ਦੇ ਵਾਸਤੇ ਆਪਣੀ ਇਕਨੋਮੀ ਵਾਸਤੇ ਚੰਗਾ ਹੀ ਕੀਤਾ ਤੇ ਆਪਣੇ ਮੈਂ ਵਕੀਲ ਬਣਿਆ। ਸੋ ਹਿਊਮਨ ਰਾਈਟਸ ਦੀ ਵੀ ਗੱਲ ਆ ਐਟ ਦੀ ਐਂਡ ਆਫ ਦ ਡੇ ਕੈਨੇਡਾ ਦੀ ਲਿਬਰਲ ਪਾਰਟੀ ਨੇ ਬੈਲੈਂਸ ਅਚੀਵ ਕੀਤਾ ਹਿਊਮਨ ਰਾਈਟਸ ਤੇ ਵੀ ਤੇ ਫਿਸਕਲ ਰਿਸਪੌਂਸਿਬਿਲਿਟੀ ਤੇ ਵੀ ਤੇ ਸੋਸ਼ਲ ਕੌਨਸ਼ੀਅਸਨੈਸ ਦੀ। ਤਾਂ ਕਰਕੇ ਮੈਂ ਲਿਬਰਲ ਪਾਰਟੀ ਵਾਸਤੇ ਖੜਦਾ ਤੇ ਮੈਂ ਹਾਰਡਲੀ ਬਲੀਵ ਕਰਦਾ ਕਿ ਲਿਬਰਲ ਪਾਰਟੀ ਕੈਨੇਡਾ ਵਾਸਤੇ ਚੰਗੀ ਹੈਗੀ ਹੈ। ਸੋ ਤੁਹਾਡੀ ਆਪਣੀ ਕੈਂਡੀਡੇਸੀ ਤੁਹਾਨੂੰ ਕਦੋਂ ਫੀਲ ਹੋਇਆ ਕਿ ਵੀ ਮੈਨੂੰ ਇਸ ਫੈਡਰਲ ਪੋਜੀਸ਼ਨ ਲਈ ਖੜਨਾ ਚਾਹੀਦਾ ਹੈ? ਆਈ ਥਿੰਕ ਜਿਵੇਂ ਅਸੀਂ ਇਨਵੋਲਵ ਰਹੇ ਹਾਂ ਤੇ ਅਸੀਂ ਸਾਡਾ ਗਰੁੱਪ ਜਿਹੜੇ ਯੰਗ ਯੂਥ ਨਾਲ ਕਾਫੀ ਇੰਗੇਜ ਕੀਤਾ ਸੀ ਤੇ 2-3 ਸਾਲ ਪਹਿਲਾਂ ਜਦੋਂ ਨੋਮੀਨੇਸ਼ਨ ਦੀਆਂ ਗੱਲਾਂ ਸ਼ੁਰੂ ਹੋਈਆਂ ਸੀਗੀਆਂ ਬਰੈਂਪਟਨ ਦੇ ਵਿੱਚ ਲੋਕਾਂ ਨੇ ਸਾਡੇ ਗਰੁੱਪ ਨੇ ਕਿਹਾ ਸੀਗਾ ਸਾਡੀ ਇੱਥੇ ਥੋੜ੍ਹੀ ਜਨਰੇਸ਼ਨਲ ਸ਼ਿਫਟ ਹੋਣੀ ਚਾਹੀਦੀ ਆ ਦੈਟ ਆਪਣਾ ਜਿਹੜਾ 24 ਸਾਲ ਮੈਂ ਇਸ ਇਲਾਕੇ ਦੇ ਵਿੱਚ ਰਹਿੰਦਾ ਵਾਸਤਾ ਸਾਡੇ ਕੋਲ ਰੂਟਸ ਇੱਥੇ ਆ। ਅਸੀਂ ਮਿਡਲ ਸਕੂਲ ਹਾਈ ਸਕੂਲ ਇੱਥੇ ਪੜ੍ਹੇ ਆ ਤੇ ਸਾਡੇ ਸਾਰੇ ਯੰਗ ਪ੍ਰੋਫੈਸ਼ਨਲਸ ਡਾਕਟਰਸ ਲਾਇਰਸ ਇੰਜੀਨੀਅਰਸ ਸਾਡੇ ਭਰਾ ਸਾਡੇ ਭੈਣਾਂ ਉਹਨਾਂ ਨੇ ਸਾਰਿਆਂ ਨੇ ਕਿਹਾ ਸੀਗਾ ਰਾਜ ਤੂੰ ਮੂਹਰੇ ਆ। ਸੋ ਅਸੀਂ ਇਕੱਠਿਆਂ ਨੇ ਸਲਾਹ ਬਣਾਈ ਸੀਗੀ ਦੈਟ ਅਸੀਂ ਹੁਣ ਇੱਕ ਕੈਂਡੀਡੇਟ ਲੈ ਕੇ ਆਉਣਾ ਜਿਹੜੀ ਯੰਗ ਰੈਪਰੈਜ਼ੈਂਟੇਸ਼ਨ ਹੋਵੇ ਸਾਡੀ। ਸੋ ਉਹਦੇ ਨਾਲ ਸਾਡਾ ਸਲਾਹ ਬਣੀ ਤੇ ਉਹਦੇ ਨਾਲ ਲੋਕਾਂ ਨੇ ਬਹੁਤ ਸਾਥ ਦਿੱਤਾ। ਜਦੋਂ ਵੀ ਅਸੀਂ ਡੋਰ ਟੂ ਡੋਰ ਜਾਂਦੇ ਆ ਲੋਕੀ ਕਾਫੀ ਚੰਗੀ ਰਿਸਪਾਂਸ ਦਿੰਦੇ ਆ। ਨੋਮੀਨੇਸ਼ਨ 'ਚ ਵਿੱਚ ਵੀ ਬਹੁਤ ਅਸੀਂ 7000 ਮੈਂਬਰ ਸਾਈਨ ਅਪ ਕੀਤਾ ਸੀਗਾ। ਸੋ ਰਿਸਪਾਂਸ ਹੈਜ਼ ਬੀਨ ਅਨਬਲੀਵੇਬਲ ਤੇ ਗਾਹਾਂ ਤੋਂ ਵੀ ਅਸੀਂ ਚਾਹੁੰਦੇ ਆ ਦੈਟ ਅਸੀਂ ਇਕੱਠੇ ਇੱਦਾਂ ਹੀ ਕੰਮ ਕਰੀਏ ਤੇ ਕਮਿਊਨਿਟੀ ਨੂੰ ਅੱਗੇ ਲੈ ਕੇ ਆਈਏ।
ਤੁਸੀਂ ਗੱਲ ਕੀਤੀ ਕਿ they were asking for a young representative ਤੇ obviously you are a young representative youth ਨੂੰ ਲੈ ਕੇ ਨਾਲ ਚੱਲਣ ਵਾਲੀ ਗੱਲ ਹੈ ਕੁਝ ਅਜਿਹੇ ਇਸ਼ੂਜ਼ ਬਾਰੇ ਸਾਨੂੰ ਦੱਸੋ ਕਿ ਜੋ ਤੁਸੀਂ ਐਜ਼ ਅ ਯੰਗ ਮੈਂਬਰ ਐਜ਼ ਅ ਯੂਥ ਰਿਪਰੈਜ਼ੈਂਟੇਟਿਵ ਆਫ ਦ ਪਾਰਟੀ ਤੁਸੀਂ ਲੈ ਕੇ ਆਓਗੇ ਅੱਗੇ ਹਾਂਜੀ ਇੱਕ ਤਾਂ ਭੈਣ ਜੀ ਯੂਥ ਅਨਇੰਪਲੋਇਮੈਂਟ ਹੈਗੀ ਹੈ 14% ਤੇ ਇਟਸ ਡਬਲ ਦ ਨੈਸ਼ਨਲ ਐਵਰੇਜ ਤੇ ਉੱਥੇ ਵੀ ਹੈਵ ਟੂ ਡੂ ਵਰਕ ਦੈਟ ਆਪਣੇ ਮਾਪਿਓ ਸਾਰੇ ਮਿਹਨਤ ਕਰਦੇ ਉਹ ਚਾਹੁੰਦੇ ਨੇ ਆਪਣੇ ਜਵਾਕ ਨੂੰ ਡਾਕਟਰਸ ਲਾਇਰਸ ਇੰਜੀਨੀਅਰਸ ਬਣੇ ਰਾਈਟ ਇੰਨਾ ਖਰਚਾ ਕਰਦਾ ਇੰਨੀ ਮਿਹਨਤ ਕਰਕੇ ਮੇਰੀ ਮੰਮੀ ਜੀ ਫੈਕਟਰੀ 'ਚ ਕੰਮ ਕਰਦੀ ਸੀਗੀ ਡੈਡੀ ਜੀ ਨੇ ਟੈਕਸੀ ਚਲਾਈ ਉਹਨਾਂ ਨੇ ਇੰਨੀ ਮਿਹਨਤ ਕੀਤੀ ਮੇਰੇ ਖਰਚਾ ਦੇਣ ਨੂੰ ਟਿਊਸ਼ਨ ਦੇ ਤੇ ਹਜੇ ਵੀ ਮੈਂ ਸਟੂਡੈਂਟ ਲੋਨਸ ਪੇ ਕਰਦਾ ਬੈਕ ਤੇ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਦੈਟ ਜਿਹੜਾ ਵੀ ਜਵਾਕ ਚਾਹੁੰਦਾ ਜਿਹੜਾ ਜਵਾਕ ਮਿਹਨਤ ਕਰਦਾ ਆਪਣੀ ਪੜ੍ਹਾਈ ਤੇ ਉਹਨੂੰ ਮੌਕਾ ਮਿਲੇ ਸਕੂਲ ਜਾਣ ਠੀਕ ਹੈ ਜੀ ਇਹ ਪ੍ਰੋਵਿੰਸ਼ੀਅਲ ਮਸਲਾ ਪੋਸਟ ਸੈਕੰਡਰੀ ਐਜੂਕੇਸ਼ਨ ਬਟ ਫੈਡਰਲ ਫੰਡਿੰਗ ਵੀ ਉੱਥੇ ਚਾਹੀਦੀ ਹੈ ਸਾਨੂੰ ਜ਼ਿਆਦਾ ਹੋਰ ਚਾਹੀਦੀ ਹੈ ਸੋ ਅਸੀਂ ਚਾਹੁੰਦੇ ਹਾਂ that ਇੱਕ ਤਾਂ we should make it easier and more accessible for post-secondary education ਇਹਦੇ ਨਾਲ ਅਸੀਂ ਚਾਹੁੰਦੇ ਹਾਂ that ਜਦੋਂ ਜਵਾਕ ਗ੍ਰੈਜੂਏਟ ਹੋਵੇ ਉਹਨਾਂ ਕੋਲ ਜੌਬਸ ਹੋਵੇ that ਆਪਣੀ economy cannot just be one facet it cannot just be natural resources we need to ensure that we have innovation and entrepreneurial aspects to the economy as well if ਤੁਸੀਂ ਵਾਟਰਲੂ ਦਾ ਦੇਖੋ ਇੱਕ ਹੱਬ ਬਣ ਗਿਆ ਟੈਕਨੋਲੋਜੀ ਦਾ right ਇਹ ਬੜੀ ਖੁਸ਼ੀ ਦੀ ਗੱਲ ਹੈ ਕੈਨੇਡਾ ਵਾਸਤੇ but we need it in Mississauga and Brampton especially in Brampton East ਸਾਡੇ ਕੋਲ ਜਦੋਂ youth unemployment 14% ਤੇ ਆ we are failing young Canadians and the government has failed young Canadians and the Liberal Party of Canada will reverse these issues ਸੋ ਤੁਹਾਡਾ ਮੇਨ ਇਸ਼ੂ ਜਿਹੜਾ ਰਹੂਗਾ ਉਹ ਯੰਗ ਕੈਨੇਡੀਅਨਸ ਜਾਂ ਜਿਹੜੀ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਸਪੋਰਟ ਕਰਨਾ ਹੋਊਗਾ ਤਾਂ ਉਸ ਤੋਂ ਇਲਾਵਾ ਜੇ ਅਸੀਂ ਥੋੜਾ ਹੁਣ ਬਾਕੀ ਇਸ਼ੂਜ਼ ਜਿਹੜੇ ਆਲ ਓਵਰ ਕੈਨੇਡਾ ਇਸ ਸਮੇਂ ਚੱਲਦੇ ਪਏ ਆ ਸੋ ਸਭ ਤੋਂ ਵੱਡਾ ਇਸ਼ੂ ਜਿਹੜਾ ਤੁਸੀਂ ਪਰਸਨਲੀ ਫੀਲ ਕਰਦੇ ਹੋ ਕਿ ਸਭ ਤੋਂ ਵੱਡਾ ਇਸ਼ੂ ਕਿਹੜਾ ਹੈ ਇਸ ਟਾਈਮ ਤੇ ਹਾਂਜੀ ਇੱਕ ਤਾਂ ਪਰਮਿੰਦਰ ਵੀਰ ਜੀ ਆਈ ਵਾਂਟ ਟੂ ਸੇ ਨਾਟ ਜਸਟ ਯੰਗ ਕੈਨੇਡੀਅਨਸ ਲੋਕੀ ਕਹਿੰਦੇ ਹਾਂ ਯੂਥ ਇਨਵੋਲਵਡ ਆ ਸਾਡੇ ਕੈਂਪੇਨ 'ਚ ਇਹ ਬੜੀ ਚੰਗੀ ਚੀਜ਼ ਆ ਦੈਟ ਅ ਯੰਗ ਗਰੁੱਪ ਇਨਵੋਲਵਡ ਆ ਤੇ ਉਹ ਕਮਿਊਨਿਟੀ ਦੇ ਵਿੱਚ ਹਿੱਸਾ ਲੈਂਦੇ ਆ ਕੈਨੇਡਾ ਦੇ ਵਿੱਚ ਹਿੱਸਾ ਲੈਂਦੇ ਆ ਡੈਮੋਕ੍ਰੇਸੀ ਇਜ਼ ਵੈਰੀ ਵੈਰੀ ਇੰਪੋਰਟੈਂਟ ਤੇ ਮੈਂ ਸਾਰਿਆਂ ਨੂੰ ਇਨਕਰੇਜ ਕਰਦਾ ਬੇਸ਼ੱਕ ਤੁਸੀਂ ਲਿਬਰਲ ਪਾਰਟੀ ਨਾਲ ਕੰਮ ਕਰਨਾ ਤੁਸੀਂ ਇਨਵੋਲਵਡ ਹੋ ਕਦਾ ਆਪਣੀ ਕਹਾਣੀ ਆਪਣੀ ਆਵਾਜ਼ ਆਪਣੀ ਆਜ਼ਾਦੀ ਦੀ ਦਾ ਮਾਮਲਾ ਹੁੰਦਾ ਇਹਦੇ ਨਾਲ ਅਸੀਂ ਕਦੇ ਨਹੀਂ ਛੱਡ ਸਕਦੇ ਜਿਹੜੀ ਸਾਡੀ ਮੰਮੀ ਡੈਡੀ ਦੀ ਜਨਰੇਸ਼ਨ ਆ ਤੇ ਸਾਡੀ ਸੀਨੀਅਰ ਜਨਰੇਸ਼ਨ ਆ ਉਹਨਾਂ ਨੂੰ ਵੀ ਉਹਨਾਂ ਦੇ ਉਹ ਵੀ ਕੈਨੇਡਾ ਸਾਰਿਆਂ ਦੀ ਸਾਂਝੀ ਆ ਰਾਈਟ ਸੋ ਆਪਾਂ ਇਦਾਂ ਨਹੀਂ ਕਹਿ ਸਕਦੇ ਹਾਂ ਸਾਡੀ ਸਾਰੀ ਟੀਮ ਜਵਾਕਾਂ ਦੀ ਆ ਦੈਟਸ ਨਾਟ ਟਰੂ ਰਾਈਟ ਸਾਨੂੰ ਸਪੋਰਟ ਮਿਲਦਾ ਇਕੁਅਲੀ ਅਕ੍ਰੋਸ ਦ ਬੋਰਡ ਤੇ ਅਸੀਂ ਸਾਰਿਆਂ ਦੀ ਆਵਾਜ਼ ਇਕੁਅਲੀ ਬਣਨਾ ਸੋ ਮੈਂ ਜ਼ਰੂਰ ਕਹਿਣਾ ਚਾਹੁੰਦਾ ਜਿਹੜੀ ਆਪਣੀ ਮੇਨ ਫੋਕਸ ਇਕਨੋਮੀ ਦੀ ਆ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਨੂੰ ਆ ਇਕਨੋਮੀ ਲੋਕੀ ਆਰ ਵਰੀਡ ਅਬਾਊਟ ਆਪਣੇ ਜਵਾਕਾਂ ਦੀ ਫੀਸ ਕਿਵੇਂ ਦੇਣੀ ਆ ਅਸੀਂ ਕੰਮ ਕਿੱਥੋਂ ਲੈ ਕੇ ਆਉਣਾ ਸਾਡੇ ਵੇਜਸ ਕਾਹਤੋਂ ਨਹੀਂ ਉੱਪਰ ਜਾਂਦੇ ਅਸੀਂ ਟੈਕਸਿਸ ਕਾਹਤੋਂ ਇੰਨੇ ਦਿੰਦੇ ਆ ਅਸੀਂ ਦਾਲ ਰੋਟੀ ਕਿਵੇਂ ਟੇਬਲ ਤੇ ਲੈ ਕੇ ਆਉਣੀ ਆ ਇਹ ਬੇਸਿਕ ਐਵਰੇਜ ਕੈਨੇਡੀਅਨ ਦੀ ਪ੍ਰੋਬਲਮਸ ਆ ਤੇ ਕੰਜ਼ਰਵੇਟਿਵ ਸਰਕਾਰ ਹਾਰਪਰ ਦੀ ਸਰਕਾਰ ਨੇ 8 ਸਾਲ ਬਸ ਮੀਰਾਂ ਵਾਸਤੇ ਟੈਕਸ ਕੱਟ ਕੀਤੇ ਆ ਤੇ 8 ਸਟ੍ਰੇਟ ਡੈਫਿਸਿਟ ਲੈ ਕੇ ਆਇਆ ਇਹ ਕਿਵੇਂ ਆ that ਆਪਣੀ ਕੈਨੇਡਾ G7 ਕੰਟਰੀਆਂ ਦੇ ਵਿੱਚ ਇੱਕ ਹੀ ਕੰਟਰੀ ਰਿਸੈਸ਼ਨ ਦੇ ਵਿੱਚ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹ ਆ that ਕੰਜ਼ਰਵੇਟਿਵ ਪਾਰਟੀ ਸੋਚ ਸਮਝ ਕੇ ਇਕਨੋਮੀ ਨਹੀਂ ਰਨ ਕਰਦੀ ਉਹ ਕਹਿੰਦੀ ਆ that oil ਦੀ ਪ੍ਰਾਈਸ ਡਿੱਗੀ ਜਦੋਂ ਇਕਨੋਮੀ ਚੰਗੀ ਹੁੰਦੀ ਆ ਸਾਰਾ ਕ੍ਰੈਡਿਟ ਹਾਰਪਰ ਨੂੰ ਆ ਜਦੋਂ ਇਕਨੋਮੀ ਮਾੜੀ ਆ ਉਹ ਕਿਸੇ ਦੇ ਹੋਰ ਬਲੇਮ ਆ ਚਾਈਨਾ ਤੇ ਬਲੇਮ ਆ ਗ੍ਰੀਸ ਤੇ ਬਲੇਮ ਆ ਆਇਲ ਤੇ ਬਲੇਮ ਦੇ ਦਿੰਦਾ ਪਰ ਨਹੀਂ ਜੀ ਜਦੋਂ ਤੁਸੀਂ ਬਾਸ ਆ ਇੱਕ CEO ਆ ਜਦੋਂ ਗਲਤੀ ਹੁੰਦੀ ਹੈ ਕਾਰਪੋਰੇਸ਼ਨ ਦੀ ਉਹ ਤੁਹਾਡੇ ਪੈਰਾਂ ਦੇ ਵਿੱਚ ਗਲਤੀ ਹੁੰਦੀ ਆ ਤੁਹਾਡੀ ਰਿਸਪੌਂਸਿਬਿਲਿਟੀ ਆ ਸੋ ਹਾਰਪਰ ਦੀ ਸਰਕਾਰ ਨੇ ਆਪਣੀ ਇਕਨੋਮੀ ਨਹੀਂ ਠੀਕ ਮੈਨੇਜ ਕੀਤੀ ਤੇ ਆਪਾਂ ਯਾਦ ਕਰਦੇ ਹਾਂ ਪਾਲ ਮਾਰਟਨ ਆਪਣਾ ਫਾਈਨੈਂਸ ਮਿਨਿਸਟਰ ਸੀਗਾ ਜਸ ਕ੍ਰੈਸ਼ੀਅਨ ਦੀ ਸਰਕਾਰ ਦੇ ਵਿੱਚ ਤੇ ਆਪਣੀ ਇਕਨੋਮੀ ਕਿੰਨੀ ਫਲਰਿਸ਼ ਹੁੰਦੀ ਸੀਗੀ ਅਨਇੰਪਲੋਇਮੈਂਟ ਵਾਸ ਐਟ ਹਿਸਟੋਰੀਕਲ ਲੋਜ਼ ਰਾਈਟ ਸਰਪਲਸ ਹੁੰਦਾ ਸੀਗਾ ਸੋ ਆਪਾਂ ਸੋਚ ਸਮਝ ਕੇ ਤੁਹਾਡੇ ਪੈਸੇ ਖਰਚੇ ਮੈਂ ਇੱਕ ਐਗਜ਼ਾਮਪਲ ਜ਼ਰੂਰ ਦੇਣਾ ਚਾਹੁੰਦਾ ਪ੍ਰਵਿੰਦਰ ਸਿੰਘ ਵੀਰ ਜੀ ਕੰਜ਼ਰਵੇਟਿਵ ਸਰਕਾਰ ਨੇ $750 ਮਿਲੀਅਨ ਪਾਰਟੀਜ਼ਨ ਐਡਸ ਤੇ ਸਿਰਫ ਟੀਵੀ ਐਡਸ ਤੇ ਲਾਇਆ ਇਹ ਨਜਾਇਜ਼ ਖਰਚਾ ਇਹਦੇ ਖਰਚਾ ਆਪਾਂ ਰੀਡਾਇਰੈਕਟ ਕਰੀਏ ਵੈਦਰ ਆਪਾਂ ਐਜੂਕੇਸ਼ਨ 'ਚ ਪਾਈਏ ਵੈਦਰ ਆਪਾਂ ਇਨਫਰਾਸਟ੍ਰਕਚਰ 'ਚ ਪਾਈਏ ਆਪਾਂ ਜੌਬ ਕ੍ਰੀਏਟ ਕਰ ਸਕਦੇ ਹਾਂ ਇਹ ਮੈਂ ਇੱਕ ਸਿੰਪਲ ਐਗਜ਼ਾਮਪਲ ਦਿੰਦਾ $1 trillion ਦੀ ਇਕਨੋਮੀ ਹੈ ਬਟ ਸਿੰਪਲ ਐਗਜ਼ਾਮਪਲ ਦਿੰਦਾ that ਇਹ ਸੋਚ ਸਮਝ ਕੇ ਨਹੀਂ ਆਪਣੇ ਪੈਸੇ ਖਰਚ ਕਰਦੇ ਸੋ ਇਸ ਤੋਂ ਇੱਕ ਮਿੰਟ ਹਰਿਆਣਾ ਜੀ ਮੈਂ ਇੱਕ ਸਵਾਲ ਇਹਦੇ ਨਾਲ ਰਿਲੇਟਡ ਹੈਗਾ ਪੁੱਛਣਾ ਚਾਹੂੰਗਾ ਕਿ ਜਦੋਂ ਅਸੀਂ ਸੈਸ਼ਨ ਤੋਂ ਬਾਹਰ ਆਏ ਸੀਗੇ ਉਸ ਟਾਈਮ ਦੇ ਉੱਤੇ ਸ਼ਾਇਦ G7 ਕੰਟਰੀਜ਼ ਦੇ ਵਿੱਚੋਂ ਅਸੀਂ ਪਹਿਲੇ ਸੀਗੇ ਕੰਟਰੀ ਜਿਹੜਾ ਉਸ ਸੈਸ਼ਨ ਤੋਂ ਬਾਹਰ ਆਏ ਸੀਗੇ ਸੋ ਤੁਸੀਂ ਉਸ ਦਾ ਕੋਈ ਕ੍ਰੈਡਿਟ ਦੇਣਾ ਚਾਹੋਗੇ ਸਰਕਾਰ ਨੂੰ Actually, technically, ਆਪਾਂ recession 'ਚ ਉਦੋਂ ਨਹੀਂ ਗਏ ਸੀ ਜਦੋਂ financial ਤੁਸੀਂ 2008 ਦੀ financial crisis ਕਰਦੇ ਆ right Canada was in a very good solid financial ਉਹਦਾ ਕ੍ਰੈਡਿਟ ਕਿੱਥੇ ਜਾਂਦਾ 2006 ਦੇ ਵਿੱਚ ਉਹਨਾਂ ਦੀ ਸਰਕਾਰ ਆਈ ਆ ਉਹ ਤੋਂ ਪਹਿਲਾਂ ਤਾਂ ਲਿਬਰਲ ਸਰਕਾਰ ਸੀਗੀ ਸਰਪਲਸਿਸ ਉਹਨਾਂ ਨੇ ਇਨਹੈਰਿਟ ਕੀਤੇ ਆ ਉਹ ਤੋਂ ਬਾਅਦ 2 ਸਾਲ ਲੱਗਦੇ ਆ ਟਰਨਓਵਰ ਹੋਣ ਨੂੰ ਉਹ ਤੋਂ ਬਾਅਦ ਹਾਰਪਰ ਦੀ ਪਾਲਿਸੀਜ਼ ਆਈਆਂ
ਤੇ ਆਪਾਂ ਦੇਖ ਲਏ ਉਹਦੇ ਚੋਂ 6-7 ਸਾਲ ਹੋ ਗਏ ਸਰਕਾਰ ਦੀ ਪਾਲਿਸੀ, ਉਹਦੇ ਨਾਲ ਕੀ ਹੋਇਆ? ਇਨਕਮ ਸਪਲਿਟਿੰਗ, TFSA, ਅਤੇ ਨਜਾਇਜ਼ ਖਰਚਾ ਫॉर ਪੀਪਲ ਦੈਟ ਡਜ਼ਨਟ ਨੀਡ ਇਟ। ਮਿਲੀਅਨਰਸ ਨੂੰ ਟੈਕਸ ਕੱਟਸ ਦਿੰਦੇ ਆ। ਇਹਨਾਂ ਦਾ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਐਗਜ਼ਾਮਪਲ ਲੈ ਲਓ, ਰਾਈਟ? ਜੇ ਤੁਸੀਂ ਇੰਨੇ ਅਮੀਰ ਬੰਦੇ ਆ, ਤੁਹਾਨੂੰ ਕਾਹ ਤੋਂ ਚੈੱਕ ਚਾਹੀਦੀ ਹੈ, ਰਾਈਟ? ਉਹਨਾਂ ਤਾਂ ਸੇਵਿੰਗਸ ਹੀ ਪਾਉਣਾ। ਜਿਹੜੇ 90% ਆਪਣੇ ਮਿਡਲ ਕਲਾਸ ਫੈਮਲੀਜ਼ ਨੂੰ ਚਾਹੀਦੇ ਆ ਪੈਸੇ, ਉੱਥੇ ਲਿਬਰਲ ਪਾਰਟੀ ਆਫ ਕੈਨੇਡਾ ਨੇ, ਕੈਨੇਡਾ ਦੀ ਲਿਬਰਲ ਪਾਰਟੀ ਨੇ ਉੱਥੇ ਪੈਸੇ ਦੇਣੇ। ਸਾਡਾ ਕੈਨੇਡਾ ਚਾਈਲਡ ਬੈਨੀਫਿਟ ਸਾਰੇ ਫੈਮਲੀਆਂ ਨੂੰ ਹੈਲਪ ਕਰਨ ਜਿਹੜਿਆਂ ਨੂੰ ਹੈਲਪ ਦੀ ਜ਼ਰੂਰਤ ਆ, ਤੇ ਇਹਦੇ ਨਾਲ ਸਾਡੀ ਚੈੱਕ ਜਿਹੜੀ ਆ ਨਾਨ ਟੈਕਸੇਬਲ ਆ। ਜਿਹੜੀ ਹਾਰਪਰ ਦੀ ਸਰਕਾਰ ਦੀ ਚੈੱਕ ਆ ਉਹ ਟੈਕਸੇਬਲ ਆ। ਸੋ ਹਰ ਇੱਕ ਫੈਮਲੀ ਨੂੰ ਜ਼ਿਆਦਾ ਪੈਸੇ ਮਿਲਣਗੇ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ, ਤੇ ਉਹ ਵੀ ਟੈਕਸ ਫ੍ਰੀ ਮਿਲਣਗੇ। ਤੇ ਅਸੀਂ ਪੇ ਕਿਵੇਂ ਕਰਨਾ? ਜਿਹੜੀ ਕੈਨੇਡਾ ਦੀ ਟਾਪ 1% ਆ, ਉਹਨਾਂ ਦੇ ਟੈਕਸਿਸ ਥੋੜ੍ਹੇ ਜਿਹੇ ਵਧਾਉਣੇ ਆ, ਕਿਉਂਕਿ ਉਹ ਅਫੋਰਡ ਕਰ ਸਕਦੇ ਆ। ਮਿਸਟਰ ਗਰੇਵਾਲ, ਜੇ ਆਪਾਂ ਗੱਲਬਾਤ ਦਾ ਸਿਲਸਿਲਾ ਕਰ ਰਹੇ ਹਾਂ ਤਾਂ ਮੈਂ ਥੋੜ੍ਹਾ ਜਿਹਾ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਪੋਲਸ ਦੇ ਉੱਤੇ। ਵੀਕਲੀ ਪੋਲਸ ਜਿਹੜੇ ਹਨ ਕੰਡਕਟ ਕੀਤੇ ਜਾ ਰਹੇ ਹਨ, ਨੈਨੋਜ਼ ਰਿਸਰਚ ਹੈਗੀ, ਉਸ ਤੋਂ ਇਲਾਵਾ ਵੀ ਕਾਫੀ ਪੋਲਸ ਕੰਡਕਟ ਕੀਤੇ ਜਾ ਰਹੇ ਹਨ। ਭਾਵੇਂ ਕਿ ਲਿਬਰਲ ਪਾਰਟੀ ਆਫ ਕੈਨੇਡਾ ਇਹ ਪ੍ਰਪੋਜ਼ ਕਰ ਰਹੇ ਹਨ ਕਿ ਉਹ ਮਿਡਲ ਕਲਾਸ ਨਾਲ ਕੰਮ ਕਰਨਾ ਚਾਹੁੰਦੇ ਹਨ, ਕਾਫੀ ਇਨਕਮ ਸਪਲਿਟਿੰਗ, ਟੈਕਸ ਬੈਨੀਫਿਟਸ ਨੂੰ ਲੈ ਕੇ ਆ ਰਹੇ ਹਨ, ਪਰ ਅਜੇ ਵੀ ਲੋਕੀ ਜਿਹੜੇ ਹੈ ਉਹਨਾਂ ਨੂੰ ਤੀਜੇ ਨੰਬਰ ਤੇ ਹੀ ਰੱਖ ਰਹੇ ਹਨ। ਅਸੀਂ ਸਾਫ਼ ਜ਼ਾਹਿਰ ਹੈ ਕਿ NDP ਸਭ ਤੋਂ ਅੱਗੇ ਚੱਲ ਰਹੀ ਹੈ, ਕੰਜ਼ਰਵੇਟਿਵਸ ਦੂਜੇ ਨੰਬਰ ਤੇ ਨੇ ਤੇ ਲਿਬਰਲਸ ਤੀਜੇ ਨੰਬਰ ਤੇ ਨੇ। ਹਾਂ, ਡਿਬੇਟ ਜਿਹੜੀ ਹੋਈ ਸੀ ਉੱਚੇ ਲਿਬਰਲ ਕੈਂਡੀਡੇਸੀ ਨੂੰ ਦੇਖ ਕੇ ਕਾਫੀ ਲੋਕਾਂ ਦਾ ਰਿਸਪੌਂਸ ਵਧਿਆ, 1-2% ਉੱਪਰ ਵੀ ਹੋਇਆ ਹੈ। ਤੇ ਸਿਰਫ ਇੱਕ ਪੋਲ ਅਜਿਹਾ ਆਇਆ ਸੀ ਜਿਸ ਵਿੱਚ ਕੰਜ਼ਰਵੇਟਿਵਸ ਤੀਜੇ ਨੰਬਰ ਤੇ ਸੀਗੇ ਤੇ ਲਿਬਰਲਸ ਦੂਜੇ ਨੰਬਰ ਤੇ ਸੀਗੇ। ਸੋ ਜੇ ਤੁਹਾਨੂੰ ਲੱਗਦਾ ਹੈ, ਤੁਸੀਂ ਇਹਨੇ ਕੌਨਫੀਡੈਂਟ ਹੋ ਕਿ ਤੁਹਾਡੀ ਪਾਰਟੀ ਲੋਕਾਂ ਦੇ ਲਈ ਇੰਨਾ ਕੰਮ ਕਰਨਾ ਚਾਹੁੰਦੀ ਹੈ, ਫਿਰ ਲੋਕੀ ਤੁਹਾਨੂੰ ਤੀਜੇ ਨੰਬਰ ਤੇ ਕਿਉਂ ਰੱਖ ਰਹੇ ਹਨ? ਇੱਕ ਤਾਂ ਭੈਣ ਜੀ ਮੈਂ ਜ਼ਰੂਰ ਕਹਿਣਾ ਚਾਹੁੰਦਾ that polls ਸਿਰਫ 1000 ਬੰਦੇ ਅਕ੍ਰੋਸ ਦ ਕੰਟਰੀਜ਼ ਨੂੰ ਸੈਂਪਲ ਕਰਦੇ ਆ, ਰਾਈਟ? ਸੋ ਪੋਲਾਂ ਦੇ ਅੰਦਾਜ਼ਾ ਬਾਹਰ ਲਾਉਣਾ ਨਹੀਂ ਚਾਹੀਦਾ। ਸੋ ਯੂ ਸੇ ਕਿ ਪੋਲਸ ਬਿਲਕੁਲ ਰਿਲਾਈ ਨਹੀਂ ਕਰਨਾ ਚਾਹੀਦਾ ਪੋਲਸ ਤੇ? I'm almost saying that polls up and down ਹੋਣਗੇ ਜਦੋਂ 79 ਡੇ ਦਾ ਕੈਂਪੇਨ ਹੁੰਦਾ, ਰਾਈਟ? ਜਿਹੜਾ ਅੱਜ ਦਾ ਪੋਲ ਆ is not reflective ਜਿਹੜੇ ਅਗਲੇ ਵੀਕ ਦਾ ਸੋ ਪੋਲ ਯੂ ਆ। ਸੇ ਕਿ ਪੋਲਸ ਪੋਲ ਫਿਗਰਸ ਜਿਹੜੇ ਹਨ ਲਿਬਰਲ ਪਾਰਟੀ ਵਿਲ ਕਮ ਟੂ ਸੈਕੰਡ ਐਂਡ ਫਰਸਟ ਪੋਜੀਸ਼ਨ? No, Liberal Party is going to win the election. And that's what I'm saying. And that ਮੈਂ ਇਹਦੇ ਨਾਲ ਇਹ ਐਗਜ਼ਾਮਪਲ ਦੇਣਾ ਚਾਹੁੰਦਾ that ਜਿਹੜੀ ਬਰੈਂਪਟਨ ਈਸਟ ਤੇ ਬਰੈਂਪਟਨ ਦੇ ਵਿੱਚ ਅਸੀਂ ਜਿਹੜੀ ਬੈਸਟ ਰਿਸਪਾਂਸ ਆ ਭੈਣ ਜੀ ਡੋਰ ਟੂ ਡੋਰ ਤੇ ਆ, ਜਿਹੜੀ ਸਾਡੀ ਜੈਨੂਇਨ ਰਿਸਪਾਂਸ ਆ, ਨਾ ਕਿ 1100 ਬੰਦਾ। 35 ਮਿਲੀਅਨ ਦੀ ਪਾਪੂਲੇਸ਼ਨ ਹੈ ਕੈਨੇਡਾ ਦੇ ਵਿੱਚ, ਰਾਈਟ? ਤੁਸੀਂ 1100 ਦੇ ਸੈਂਪਲ ਲੈਂਦੇ ਆ, ਆਈ ਵੁਡਨਟ ਪੁੱਟ ਟੂ ਮਚ ਵੇਟ ਇਨਟੂ ਦੈਟ, ਰਾਈਟ? ਜੇ ਅਸੀਂ ਡੋਰ ਟੂ ਡੋਰ ਜਾਂਦੇ ਆ ਉੱਥੇ ਰਿਸਪਾਂਸ ਮਿਲਦਾ, ਰਾਈਟ? ਸਾਨੂੰ ਇਹ ਅੰਦਾਜ਼ਾ ਪੱਕਾ ਲੋਕੀ ਹਾਰਪਰ ਸਰਕਾਰ ਨਾਲ ਅੱਕੇ ਹੋਏ ਆ, ਸਾਰਿਆਂ ਨੇ 10 ਸਾਲ ਦਾ ਧੱਕਾ ਦੇਖ ਲਿਆ, ਲੋਕੀ ਚੇਂਜ ਚਾਹੁੰਦੇ ਆ, ਤੇ ਕੈਨੇਡਾ ਦੀ ਲਿਬਰਲ ਪਾਰਟੀ ਇਹੀ ਇੱਕ ਪਾਰਟੀ ਆ that ਰੀਅਲ ਚੇਂਜ ਲੈ ਕੇ ਆ ਸਕਦੇ ਆ। ਸਾਡੇ ਕੋਲ ਪਲਾਨ ਹੈਗਾ ਇਕਨੋਮੀ ਵਾਸਤੇ, ਸਾਡੇ ਕੋਲ ਪਲਾਨ ਹੈਗਾ ਔਨ ਇਮੀਗ੍ਰੇਸ਼ਨ, ਸਾਡੇ ਕੋਲ ਪਲਾਨ ਹੈਗਾ ਔਨ ਇੰਫਰਾਸਟ੍ਰਕਚਰ। ਇਹਦੇ ਨਾਲ ਜਿਹੜੇ ਮੇਰੇ ਲੋਕਲ ਰੂਟਸ ਆ, ਮੈਂ 24 ਸਾਲ ਉਸ ਇਲਾਕੇ ਦੇ ਵਿੱਚ ਰਹਿੰਦਾ ਵਸਦਾ, ਲੋਕੀ ਚਾਹੁੰਦੇ ਆ that ਜਿਹੜੀ ਸਾਡੀ ਪ੍ਰੋਬਲਮਸ ਉਹ ਤੇਰੀ ਪ੍ਰੋਬਲਮਸ ਵੀ ਆ, ਵੀ ਤੂੰ ਇੱਥੇ ਰਹਿਣਾ, ਰਾਈਟ? ਅਸੀਂ ਡੋਰ ਟੂ ਡੋਰ ਜਾਂਦੇ ਆ, ਲੋਕੀ ਕਹਿੰਦੇ that ਵੋਟਾਂ ਜਦੋਂ ਚੱਲਦੀਆਂ ਉਦੋਂ ਸਾਰੇ ਆ ਜਾਂਦੇ ਆ ਮੰਗਣ ਨੂੰ। ਪਰ ਲੋਕੀ ਇਹ ਵੀ ਕਹਿੰਦੇ ਨੇ ਕਿ ਟਰੂਡੋ ਸਰਕਾਰ ਜੋ ਹੈ ਉਹ ਰੈਡੀ ਨਹੀਂ ਹੈ, ਜਾਂ ਜਸਟਿਨ ਟਰੂਡੋ ਇਸ ਵੇਲੇ ਰੈਡੀ ਹੈ। ਮੈਨੂੰ ਪਤਾ ਹੈ ਕਿ ਅਸੀਂ ਪਹਿਲੇ ਵੀ ਇਸ ਬਾਰੇ ਗੱਲਬਾਤ ਕਰ ਰਹੇ ਸੀਗੇ। NDP ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ ਲੋਕਾਂ ਵੱਲੋਂ ਹੀ, ਪੋਲਸ ਵੀ ਕਹਿ ਰਹੇ ਹਨ, ਤੇ ਉਸ ਤੋਂ ਇਲਾਵਾ ਰਿਸਪੌਂਸ ਵੀ ਦੇਖਣ ਨੂੰ ਮਿਲ ਰਿਹਾ। ਪਰ ਤੁਸੀਂ ਕਹਿ ਰਹੇ ਹੋ ਕਿ ਜਦ ਤੁਸੀਂ ਆਪਣੀ ਰਾਈਡਿੰਗ 'ਚ ਗੱਲ ਕਰਦੇ ਹੋ ਆਲ ਅਕ੍ਰੋਸ ਕੈਨੇਡਾ, ਜੇ ਆਪਾਂ ਗੱਲ ਕਰੀਏ ਕੁਝ ਰੀਜਨਸ ਤੇ ਪਾਰਟੀਜ਼ ਨੂੰ ਸਪੋਰਟ ਹੁੰਦੀਆਂ ਨੇ, ਕੁਝ ਰੀਜਨਸ 'ਤੇ ਨਹੀਂ ਹੁੰਦੀਆਂ ਨੇ, ਤੇ ਕੀ ਇਹ ਜਿਹਾ ਤੁਸੀਂ ਇਸ ਗੱਲ ਨੂੰ ਐਗਰੀ ਕਰਦੇ ਹੋ ਕਿ ਜਸਟਿਨ ਟਰੂਡੋ ਰੈਡੀ ਨਹੀਂ ਹਨ? ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਰੈਡੀ ਨਹੀਂ ਹਨ। ਪ੍ਰਧਾਨ ਮੰਤਰੀ ਜੋ ਕਿ ਆਲਰੇਡੀ 3 ਵਾਰੀ ਪ੍ਰਾਈਮ ਮਿਨਿਸਟਰਸ਼ਿਪ ਆਪਣੀ ਸਰਵ ਕਰ ਚੁੱਕੇ ਹਨ, ਉਹ ਵੀ ਇਹ ਗੱਲ ਕਹਿੰਦੇ ਹਨ, ਤੇ ਕਿਤੇ ਨਾ ਕਿਤੇ ਪੋਲਸ ਵੀ ਇਹ ਗੱਲ ਦਿਖਾ ਰਹੇ ਹਨ। ਇੱਕ ਤਾਂ ਜਸਟਿਨ ਇਜ਼ ਰੈਡੀ, ਹੀ ਇਜ਼ 110% ਰੈਡੀ, ਤੇ ਉਹਨੇ ਪ੍ਰਧਾਨ ਮੰਤਰੀ ਬਣਨਾ ਅਕਤੂਬਰ 19 ਨੂੰ, ਰਾਈਟ? ਇਹ ਜਿਹੜੀ ਹਾਰਪਰ ਦੀ ਸਰਕਾਰ ਆ ਤੇ ਹਾਰਪਰ ਆਪ ਜਿਹੜਾ ਬੰਦਾ, ਇਹਨੇ ਹਮੇਸ਼ਾ ਹੀ ਧੱਕੇ ਨਾਲ ਪੋਲਿਟਿਕਸ ਖੇਲੀ ਆ, ਰਾਈਟ? ਲੋਕੀ ਕਹਿੰਦੇ ਜਸਟਿਨ ਨਾਟ ਰੈਡੀ, ਉਹਦਾ ਕਾਰਨ ਕੀ ਆ? ਇਹ ਜਿਹੜੇ ਮਿਲੀਅਨਸ ਆਫ ਡਾਲਰ, $10 ਮਿਲੀਅਨ ਇਹਨਾਂ ਨੇ ਐਡਾਂ ਤੇ ਖਰਚਤਾ, ਰਾਈਟ? ਇਹ ਤੁਸੀਂ ਹਰੇਕ ਗੱਲ ਸੇਮ ਗੱਲ ਓਵਰ ਐਂਡ ਓਵਰ ਕਰੀ ਜਾ, ਉਹਦਾ ਇੰਪੈਕਟ ਪੈਣਾ ਹੀ ਪੈਣਾ, ਰਾਈਟ? ਬਟ ਜਸਟਿਨ ਇਜ਼ ਰੈਡੀ, ਦ ਟੀਮ ਇਜ਼ ਰੈਡੀ, ਤੇ ਸਾਡੇ ਕੋਲ ਪਲਾਨ ਆ, ਸਭ ਤੋਂ ਬੈਸਟ ਪਲਾਨ ਆ। ਹਾਰਪਰ ਦਾ ਪਲਾਨ ਆਪਾਂ ਸਾਰਾ ਦੇਖ ਲਿਆ, 10 ਸਾਲ ਹੋ ਗਏ, ਰਾਈਟ? ਇਕਨੋਮੀ ਤੇ G7 ਕੰਟਰੀ ਰਿਸੈਸ਼ਨ ਦੇ ਵਿੱਚ, ਰਾਈਟ? 8 ਸਟ੍ਰੇਟ ਸਾਲ ਡੈਫਿਸਿਟਸ ਆ। ਇਸ ਸਾਲ ਕਹਿੰਦੇ ਅਸੀਂ ਬਜਟ ਬੈਲੈਂਸ ਕੀਤਾ। ਬਜਟ ਕਿਵੇਂ ਬੈਲੈਂਸ ਕੀਤਾ? GM ਦੇ ਸ਼ੇਅਰ ਵੇਚੇ, ਉਹ ਕੋਈ ਬਜਟ ਬੈਲੈਂਸ ਨਹੀਂ ਹੋਇਆ, ਰਾਈਟ? ਫਿਰ ਤੁਸੀਂ ਮੈਂਸ਼ਨ ਕੀਤਾ ਭੈਣ ਜੀ NDP ਦਾ। NDP ਦਾ ਪਲਾਨ ਕੀ ਆ? ਇੱਕ ਪਾਲਿਸੀ ਨਹੀਂ ਹੈਗੀ ਜਿਹੜੀ ਇਕਨੋਮੀ ਵਾਸਤੇ ਆ। ਇਹਦੇ ਨਾਲ ਕਹਿ ਦੋ $15 ਮਿਨੀਮਮ ਵੇਜ ਆ। ਲੋਕਾਂ ਨੂੰ ਇਦਾਂ ਨਹੀਂ ਦੱਸਦੇ that federally regulated minimum wage ਆ। ਤੇ ਪਿਛਲੇ ਹਫਤੇ ਹੀ ਮਕਲੇਨਸ ਨੇ ਆਰਟੀਕਲ ਰਾਈਟ ਕੀਤਾ, ਮਕਲੇਨਸ ਨੇ ਜਿਨ੍ਹਾਂ ਨੇ ਡਿਬੇਟ ਕੀਤੀ, ਬੜੀ ਮਸ਼ਹੂਰ ਪਬਲਿਕੇਸ਼ਨ ਆ, ਉਹਨਾਂ ਨੇ ਕਿਹਾ that ਸਿਰਫ 50,000 ਬੰਦੇ ਤੋਂ ਲੈਸ ਬੈਨੀਫਿਟ ਕਰਾਂਗੇ $15 ਦੀ ਮਿਨੀਮਮ ਫੈਡਰਲ ਮਿਨੀਮਮ ਵੇਜ ਤੋਂ। ਸੋ ਉਹ ਕੀ ਪਲਾਨ ਆ? That's not a plan to stimulate the economy,
ਰਾਈਟ ਇਹਦੇ ਨਾਲ ਜਿਹੜਾ ਬੰਦਾ ਕਹਿੰਦਾ ਮੈਂ $15 ਮਿਨੀਮਮ ਵੇਜ ਕਰਨੀ ਆ ਉਹ ਤਾਂ ਆਪਣਾ ਘਰ ਤਾਂ ਸੰਭਾਲੇ ਸਾਰਿਆਂ ਨੂੰ ਪਤਾ that 2-3 ਹਫ਼ਤੇ ਪਹਿਲਾਂ ਵੈਂਕੂਵਰ ਦੇ ਵਿੱਚ ਆਪਣੇ ਭਾਈਚਾਰੇ ਪੰਜਾਬੀ ਭਾਈਚਾਰੇ ਨੂੰ NDP ਚਾਹੁੰਦੀ ਸੀ ਮੈਂ $4 ਘੱਟ ਦੇਈਏ ਅਸੀਂ ਤੇ ਉਹਨਾਂ ਨੇ ਦੇ ਵੀ ਦੇਣੇ ਸੀ $4 ਘੱਟ ਅੰਟਲ ਜਿਹੜਾ ਨਿਊਜ਼ਪੇਪਰ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੋ ਇਫ ਤੁਸੀਂ ਆਪਣਾ ਘਰ ਨਹੀਂ ਸੰਭਾਲ ਸਕਦੇ ਤੁਸੀਂ ਕੈਨੇਡਾ ਕਿਵੇਂ ਸੰਭਾਲ ਸਕਦੇ ਆ ਰਾਈਟ ਆਪਣੀ ਹੈਗੀ ਆ G7 ਇਕਨੋਮੀ ਇਟ ਇਜ਼ ਨਾਟ ਫॉर ਦੀ NDP's economic policies ਰਾਈਟ ਤੁਸੀਂ ਦੇਖ ਲਓ NDP ਦੀ ਸਰਕਾਰ ਆਈ ਆ ਕੈਲਗਰੀ ਦੇ ਵਿੱਚ ਉਹਨਾਂ ਨੇ ਜਦ ਹੀ ਕਾਰਪੋਰੇਟ ਟੈਕਸਿਸ ਜਦ ਹੀ ਟੈਕਸਿਸ ਰੇਸ ਕਰਤੇ ਕੈਨੇਡਾ ਦੇ ਵਿੱਚ ਵੀ ਕੈਨ ਨਾਟ ਡੂ ਦੈਟ ਲੋਕੀ ਜਿਹੜੀ ਕਾਰਪੋਰੇਟ ਟੈਕਸ ਰੇਟ ਇਹ ਆਪਾਂ ਇਨਕਰੀਜ਼ ਕਰਦੇ ਆ ਅਨਐਮਪਲੋਇਮੈਂਟ ਤੇ ਇੰਪੈਕਟ ਕਾਫੀ ਪੈਂਦਾ ਫੋਰਨ ਡਾਇਰੈਕਟ ਇਨਵੈਸਟਮੈਂਟ ਆਪਣੀ ਘਟਦੀ ਆ ਤੇ ਜਿਹੜੇ ਆਪਣੇ ਵੱਡੇ ਕੰਪਨੀਆਂ ਆ ਉਹਨਾਂ ਨੇ ਸਾਰਿਆਂ ਨੇ ਜਾ ਕੇ ਹੋਰ ਜਗ੍ਹਾ ਜਿੱਥੇ ਲੋਅਰ ਟੈਕਸ ਥ੍ਰੈਸ਼ਹੋਲਡ ਆ ਉੱਥੇ ਜਾ ਕੇ ਸੈਟ ਅਪ ਕਰ ਲੈਣੀ ਆ ਸੋ ਥੀਸ ਆਰ ਵੈਰੀ ਅਨਸਾਊਂਡ ਇਕਨੋਮਿਕ ਪਾਲਿਸੀਜ਼ ਕਿਸੇ ਨੂੰ ਵੀ ਪੁੱਛ ਲਓ ਰਾਜ ਜੀ ਮੈਂ ਥੋੜਾ ਜਿਹਾ ਪ੍ਰੋਵਿੰਸ਼ੀਅਲ ਲੈਵਲ ਤੇ ਇਸ ਚੀਜ਼ ਨੂੰ ਲੈ ਕੇ ਆਉਣਾ ਚਾਹਣਾ ਅਸੀਂ ਪ੍ਰੋਵਿੰਸ਼ੀਅਲੀ ਅਗਰ ਦੇਖੀਏ ਓਨਟਾਰੀਓ ਦੇ ਵਿੱਚ ਇਸ ਸਮੇਂ ਲਿਬਰਲ ਦੀ ਸਰਕਾਰ ਹੈਗੀ ਆ ਤੇ ਇੱਥੇ ਦੇ ਲੋਕ ਇਸ ਸਮੇਂ ਸ਼ਾਇਦ ਲਿਬਰਲ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗੇ ਕੁਝ ਪਾਲਿਸੀਜ਼ ਚਾਹੇ ਉਹ ਸਾਡੇ ਸਕੂਲ ਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਹੋਵੇ ਐਜੂਕੇਸ਼ਨ ਕਰਿਕੂਲਮ ਨੂੰ ਲੈ ਕੇ ਹੋਵੇ ਜਾਂ ਸਾਡੇ ਹਾਈਡਰੋ 1 ਦੀ ਸੇਲ ਨੂੰ ਲੈ ਕੇ ਹੋਵੇ ਜਾਂ ਕੁਝ ਹੋਰ ਪਾਲਿਸੀਜ਼ ਜਿਹੜੀਆਂ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਉਹ ਬਹੁਤ ਜ਼ਿਆਦਾ ਪਪੂਲਰ ਨਹੀਂ ਹੋ ਰਹੀਆਂ ਹੈਗੀਆਂ ਇਹ ਸਰਵਿਸ ਵੀ ਆ ਰਹੇ ਆ ਸੋ ਤੁਹਾਨੂੰ ਲੱਗਦਾ ਹੈ ਕਿ ਉਸ ਚੀਜ਼ ਦਾ ਇਫੈਕਟ ਜਿਹੜਾ ਆ ਉਹ ਤੁਹਾਨੂੰ ਫੈਡਰਲ ਲੈਵਲ ਦੇ ਉੱਤੇ ਚੱਲਣਾ ਪੈ ਸਕਦਾ ਨਹੀਂ ਆਈ ਥਿੰਕ ਸਾਡੀ ਜੌਬ ਆ ਅਸੀਂ ਫੈਡਰਲੀ ਖੜੇ ਆ ਰਾਈਟ ਅਸੀਂ ਉਹਦੀ ਗੱਲਬਾਤ ਕਰਨੀ ਜਿਹੜੇ ਫੈਡਰਲ ਮਸਲੇ ਆ ਰਾਈਟ ਜਿੱਥੇ ਅਸੀਂ ਰੋਲਾ ਵੀ ਪਾ ਸਕਦੇ ਨਾਲ ਕੰਮ ਵੀ ਕਰਾ ਸਕਦੇ ਆ ਰਾਈਟ ਸੋ ਆਪਾਂ ਤੁਸੀਂ ਦੇਖ ਲਓ ਲੋਕਲੀ ਆਪਣੇ ਕੰਜ਼ਰਵੇਟਿਵ ਭਾਈਚਾਰੇ ਨੇ ਇਹ ਗੱਲਾਂ ਕਾਫੀ ਚੱਕੀਆਂ ਹੋਈਆਂ ਪ੍ਰੋਵਿੰਸ਼ੀਅਲ ਮਸਲੇ ਨਹੀਂ ਪਰ ਇੱਥੇ ਸਵਾਲ ਮੇਰਾ ਪੁੱਛਣ ਦਾ ਮਤਲਬ ਇੱਥੇ ਇਹ ਆ ਕਿ ਜਦੋਂ ਫੈਡਰਲ ਲੈਵਲ ਦੇ ਉੱਤੇ ਕੋਈ ਇਸ਼ੂ ਹੈਗਾ ਜਿਹੜਾ ਕਿ ਪ੍ਰੋਵਿੰਸ਼ੀਅਲ ਦੇ ਨਾਲ ਥੋੜਾ ਬਹੁਤ ਕੋਰਿਲੇਟ ਕਰਦਾ ਪਿਆ ਉਦੋਂ ਤੇ ਅਸੀਂ ਜਿਹੜੇ ਸਾਡੇ ਕੈਥਲੀਨ ਵਿੰਜੀ ਹੈਗੇ ਆ ਉਹਨਾਂ ਨੇ ਇਲਜ਼ਾਮ ਸਟੀਵਨ ਹਾਰਪਰ ਜੀ ਦੇ ਉੱਤੇ ਲਗਾਇਆ ਪਰ ਉਹਦਾ ਮੇਨ ਮਕਸਦ ਜੋ ਇੱਕ ਆਮ ਇਨਸਾਨ ਦਿਖਦਾ ਪਿਆ ਕਿ ਸ਼ਾਇਦ ਕਿਤੇ ਨਾ ਕਿਤੇ ਉਹਦਾ ਪੋਲੀਟੀਕਲ ਬੈਨੀਫਿਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹਦਾ ਉਲਟਾ ਥੋੜਾ ਜਿਹਾ ਅਸਰ ਇਸ ਸਮੇਂ ਹੋ ਰਿਹਾ ਹੈ ਸੋ ਤੁਹਾਨੂੰ ਨਹੀਂ ਲੱਗਦਾ ਪਿਆ ਕਿ ਲਿਬਰਲ ਪਾਰਟੀ ਨੂੰ ਜਿਹੜਾ ਹੈ ਉਸ ਚੀਜ਼ ਦਾ ਨੁਕਸਾਨ ਓਨਟਾਰੀਓ ਦੇ ਵਿੱਚ ਝੱਲਣਾ ਪੈ ਸਕਦਾ ਹੈ ਨਹੀਂ ਵੀਰ ਜੀ ਐਟ ਦੀ ਐਂਡ ਆਫ ਦ ਡੇ ਤੁਸੀਂ ਹਰੇਕ ਇਨਸਾਨ ਨੂੰ ਦੇਖਦੇ ਹੋ ਅਸੀਂ ਡੋਰ ਟੂ ਡੋਰ ਜਾਂਦੇ ਆ ਰਾਈਟ ਲੋਕੀ ਪੁੱਛਦੇ ਆ ਦੈਟ ਸਾਡੀ ਪ੍ਰੋਬਲਮਸ ਇਹ ਆ ਰਾਈਟ ਦੈਟ ਠੀਕ ਆ ਸਾਡੀ ਗਾਰਬੇਜ ਆ ਉਹ ਮਿਊਨਿਸਪਲ ਇਸ਼ੂ ਸਾਡੇ ਕੋਲ ਹੈਲਥ ਕੇਅਰ ਦੀ ਪ੍ਰੋਬਲਮ ਉਹ ਪ੍ਰੋਵਿੰਸ਼ੀਅਲ ਸਰਕਾਰ ਵਾਸਤੇ ਆ ਸਾਡੇ ਕੋਲ ਇਮੀਗ੍ਰੇਸ਼ਨ ਪ੍ਰੋਬਲਮ ਉਹ ਫੈਡਰਲ ਸਰਕਾਰ ਵਾਸਤੇ ਆ ਇੱਕ ਤਾਂ ਸਾਡੀ ਜੌਬ ਐਜ਼ ਕੈਂਡੀਡੇਟਸ ਸਾਰਿਆਂ ਨੂੰ ਐਕਸਪਲੇਨ ਕਰਨਾ ਦੈਟ ਅਸੀਂ ਸਾਡੇ ਵਾਸਤੇ ਕੀ ਕਰ ਸਕਦੇ ਹਾਂ ਰਾਈਟ ਇਦਾਂ ਨਹੀਂ ਕਹਿ ਸਕਦੇ ਹਾਂ ਤੁਹਾਡੀ ਗਾਰਬੇਜ ਵੀ ਚੱਕਾਂਗੇ ਤੁਹਾਡਾ ਸਨੋ ਵੀ ਚੱਕਾਂਗੇ ਰਾਈਟ ਬਟ ਟੂ ਬੀ ਔਨੈਸਟ ਫਿਰ ਤਾਂ ਅਸੀਂ ਝੂਠ ਬੋਲਦੇ ਹਾਂ ਬਿਕਾਜ਼ ਉਹ ਸਾਡੀ ਮੈਂਡੇਟ ਦੇ ਵਿੱਚ ਨਹੀਂ ਹੈਗਾ ਉਹ ਫੈਡਰਲ ਸਰਕਾਰ ਦੀ ਮਸਲੇ ਨਹੀਂ ਹੈਗੇ ਰਾਈਟ ਜਿੱਥੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਕਨੋਮੀ ਤੇ ਅਸੀਂ ਗੱਲਬਾਤ ਕਰਦੇ ਹਾਂ ਬਿਕਾਜ਼ ਉੱਥੇ ਸਾਡੇ ਕੋਲ ਇੰਪੈਕਟ ਹੋਵੇ ਰਾਈਟ ਹਰੇਕ ਕੈਨੇਡਾ ਦੇ ਵਿੱਚ ਇਨਸਾਨ ਹਰੇਕ ਬਰੈਂਪਟਨ ਈਸਟ ਦੇ ਵਿੱਚ ਜਿਹੜਾ ਰਹਿੰਦਾ ਵਾਸਤਾ ਚਾਹੁੰਦਾ ਦੈਟ ਮੇਰੇ ਟੈਕਸਿਸ ਤੁਸੀਂ ਥੋੜ੍ਹੇ ਜਿਹੇ ਘਟਾਓ ਮੇਰੇ ਨਾਲ ਧੱਕਾ ਹੁੰਦਾ ਰਾਈਟ ਤਾਂ ਮੈਨੂੰ ਪੈਸੇ ਹੋਰ ਚਾਹੀਦੇ ਆ ਮੈਂ ਦਾਲ ਰੋਟੀ ਕਿਵੇਂ ਚਲਾਉਣੀ ਆ ਸੋ ਲੋਕੀ ਚਾਹੁੰਦੇ ਦੈਟ ਅਸੀਂ ਫੈਡਰਲ ਖੜੇ ਆ ਫੈਡਰਲ ਇਲੈਕਸ਼ਨ ਵਾਸਤੇ ਅਸੀਂ ਫੈਡਰਲ ਗੱਲਾਂ ਕਰਨੀ ਆ ਰਾਈਟ ਤੇ ਜੀ ਇੰਪੈਕਟ ਹੋਣਗਾ ਪ੍ਰੋਵਿੰਸ਼ੀਅਲ ਸਰਕਾਰਾਂ ਦਾ ਉਹ ਟੋਟਲੀ ਡਿਫਰੈਂਟ ਡਿਸਕਸ਼ਨ ਆ ਰਾਈਟ ਅਸੀਂ ਫੈਡਰਲ ਗੱਲਾਂ ਵਾਸਤੇ ਖੜੇ ਆ ਮੈਂਬਰ ਆਫ ਪਾਰਲੀਮੈਂਟ ਵਾਸਤੇ ਤੇ ਅਸੀਂ ਇਹੀ ਗੱਲਾਂ ਕਰਨੀਆਂ ਜਿਹੜੀ ਅਸੀਂ ਕੰਟਰੋਲ ਕਰ ਸਕਦੇ ਹਾਂ ਜਿੱਥੇ ਅਸੀਂ ਰਿਜ਼ਲਟਸ ਡਿਲੀਵਰ ਕਰ ਸਕਦੇ ਹਾਂ ਰੋਲਾ ਪਾਉਣਾ ਠੀਕ ਆ ਰੋਲਾ ਪਾ ਸਕਦੇ ਆ ਲੋਕੀ ਬਟ ਲੋਕੀ ਆਰਟ ਇੰਟਰਸਟਿਡ ਇਨ ਰੋਲਾ 10 ਸਾਲ ਹੋ ਗਿਆ ਹਾਰਪਰ ਦੀ ਸਰਕਾਰ ਨੇ ਰੋਲਾ ਹੀ ਪਾਇਆ ਰਾਈਟ ਲੋਕੀ ਇੱਥੇ ਆਪਣੀ ਕਮਿਊਨਿਟੀ ਦੇ ਵਿੱਚ ਚੀਜ਼ਾਂ ਚੱਕ ਕੇ ਫਿਰ ਕੰਮ ਕੁਛ ਨਹੀਂ ਕਰਦੇ ਮੈਂ ਗੁਰੂ ਦੀ ਕਿਰਪਾ ਨਾਲ ਮੈਂ ਵਕੀਲ ਬਣਿਆ ਮੈਂ MBA ਕੀਤੀ ਮੈਂ ਕਾਰਪੋਰੇਟ ਲਾਅ ਪ੍ਰੈਕਟਿਸ ਕਰਦਾ ਜਿੱਥੇ ਵੀ ਮੈਂ ਕੰਮ ਕਰਦਾ ਮੇਰੇ ਜਿਹੜੇ ਸੀਨੀਅਰ ਲਾਇਰਸ ਆ ਸੀਨੀਅਰ ਵਕੀਲਸ ਆ ਉਹ ਕੋਈ ਕੇਅਰ ਨਹੀਂ ਕਰਦੇ ਜਿੰਨਾ ਮੈਂ ਰੋਲਾ ਪਾਵਾਂ ਉਹ ਰਿਜ਼ਲਟਸ ਚਾਹੁੰਦੇ ਆ ਤੁਸੀਂ ਵੀ ਆਪਣੇ ਇੱਥੇ ਕੰਮ ਕਰਦੇ ਆ ਸਾਰੇ ਲੋਕੀ ਆਪਣੇ ਕੰਮ ਕਰਦੇ ਆ ਉਹਨਾਂ ਦੇ ਬਾਸਸ ਸਾਰੇ ਚਾਹੁੰਦੇ ਆ that ਤੁਸੀਂ ਐਂਡ ਤੇ ਜਾ ਕੇ ਮਿਹਨਤ ਕਰੋ ਤੇ ਕੰਮ ਕਰਾਓ ਸਿਰ ਤੇ ਸਾਨੂੰ ਕੰਮ ਦਿਖਾਓ ਤੇ ਅਸੀਂ ਇਦਾਂ ਹੀ ਚਾਹੁੰਦੇ ਅਸੀਂ ਫੈਡਰਲੀ ਖੜੇ ਆ ਫੈਡਰਲ ਮਸਲੇ ਡਿਸਕਸ ਕਰਾਂਗੇ ਸਾਡੇ ਕੋਲ ਪਲਾਨ ਹੈਗਾ ਔਨ ਦੀ ਇਕਨੋਮੀ ਤੇ ਲੋਕੀ ਚਾਹੁੰਦੇ ਆ that ਅਸੀਂ ਇਕਨੋਮੀ ਨੂੰ ਕਿਵੇਂ ਸਟਿਮੂਲੇਟ ਕਰੀਏ ਤੇ ਇੱਥੇ ਗੱਲ ਡਿਸੀਜਨ ਹੋਣੀ ਹੈ ਇਹ ਫੈਡਰਲ ਇਲੈਕਸ਼ਨ ਦੇ ਵਿੱਚ ਮਿਸਟਰ ਗਰੇਵਾਲ ਥੋੜਾ ਜਿਹਾ ਫੋਕਸ ਅਸੀਂ ਥੋੜਾ ਖਿੱਚਦੇ ਹਾਂ ਇਸ ਪਾਸੇ ਨੂੰ ਕਿ ਜਿਹੜੀ ਸਟੀਫਨ ਹਾਰਪਰ ਦੀ ਮੈਂਡੇਟ ਹੈ ਇਲੈਕਸ਼ਨਸ ਦੀ 2015 ਦੀ ਨੈਸ਼ਨਲ ਸਿਕਿਉਰਿਟੀ ਤੇ ਕਾਫੀ ਫੋਕਸਡ ਹੈ ਕੁਝ ਲੋਕੀ ਉਹਨਾਂ ਤੇ ਇੱਕ ਇਲਜ਼ਾਮ ਲਗਾ ਰਹੇ ਹਨ ਕਿ ਉਹ ਨੈਸ਼ਨਲ ਸਿਕਿਉਰਿਟੀ ਤੇ ਜ਼ਿਆਦਾ ਫੋਕਸ ਹਨ ਤੇ ਇਕਨੋਮੀ ਨੂੰ ਸ਼ਾਇਦ ਉਹ ਨਿਗਲੈਕਟ ਕਰ ਰਹੇ ਹਨ
ਅਸੀਂ ਸਵਾਲ ਖੜਾ ਕਰਾਂਗੇ ਕਿ ਲਿਬਰਲ ਸਰਕਾਰ ਨੇ ਬਿਲ C51 ਨੂੰ ਸਪੋਰਟ ਕੀਤਾ ਸੀ। ਮਿਸਟਰ ਜਸਟਿਨ ਟਰੂਡੋ ਵਾਸ ਇਨ ਫੇਵਰ ਆਫ ਬਿਲ C51, ਪਰ ਬਾਅਦ 'ਚ ਜਦ ਗੱਲ ਇਰਾਕ ਦੀ ਆਈ ਤੇ ਉਹਨਾਂ ਨੇ ਕਿਹਾ ਕਿ ਉੱਥੋਂ ਟਰੂਪਸ ਅਸੀਂ ਕੱਢ ਦਾਂਗੇ ਤੇ ਉੱਥੇ ਸਿਰਫ ਟ੍ਰੇਨਰਸ ਭੇਜੇ ਜਾਣਗੇ। ਤੇ ਜਦ ਨੈਸ਼ਨਲ ਸਿਕਿਉਰਿਟੀ ਦੀ ਗੱਲ ਕੀਤੀ ਜਾਂਦੀ ਹੈ, ਜੋ ਪ੍ਰਪੋਜ਼ਲਸ ਹਾਰਪਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਸੀ, ਬਿਲ C51 ਨੂੰ ਤਾਂ ਸਪੋਰਟ ਕਰਤਾ, ਪਰ ਬਾਅਦ 'ਚ ਇਰਾਕੀ ਟਰੂਪਸ ਨੂੰ ਕੱਢਣ ਦੀ ਗੱਲ ਕਰਤੀ। ਇਹ 'ਚ ਕੀ ਉਹਨਾਂ ਦਾ ਮਾਈਂਡ ਸਕੀਮ ਕੀ ਸੀਗਾ ਇਹਦੇ 'ਚ, ਤੇ ਇਹਦੇ ਪਿੱਛੇ ਕੀ ਰਾਜ਼ ਹੈ, ਜਾਂ ਉਹਨਾਂ ਵੱਲੋਂ ਕਿਹੜੀ ਸਟ੍ਰੈਟੇਜੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਉਹ ਪ੍ਰਪੋਜ਼ ਕਰਦੇ ਹਨ? ਬਿਲ C51 ਤੋਂ ਇਲਾਵਾ ਬਿਲ C24 ਨੂੰ ਲੈ ਕੇ ਉਹ ਪ੍ਰਪੋਜ਼ ਕਰਦੇ ਹਨ। ਤੁਸੀਂ ਸੁਣਿਆ ਹੀ ਹੋਣਾ ਕਿ BC ਸਿਵਲ ਲਿਬਰਟੀਜ਼ ਐਸੋਸੀਏਸ਼ਨ ਅਤੇ ਕੈਨੇਡੀਅਨ ਰਿਫਿਊਜੀਜ਼ ਐਸੋਸੀਏਸ਼ਨ ਆਫ ਲਾਇਰਸ ਜਿਹੜੀ ਹੈਗੀ ਉਹਨਾਂ ਨੇ ਐਕਚੁਅਲੀ ਇੱਕ ਇਸ ਪੂਰੇ ਸਿਟੀਜ਼ਨਸ਼ਿਪ ਐਕਟ ਨੂੰ ਚੈਲੰਜ ਕਰਨ ਦਾ ਜਿਹੜਾ ਹੈ ਫੈਸਲਾ ਕੀਤਾ ਹੈ। ਹਾਂਜੀ ਭੈਣ ਜੀ, ਸੋ ਬਹੁਤ ਚੰਗਾ ਸਵਾਲ ਤੁਸੀਂ ਪੁੱਛਿਆ ਤੇ ਕਾਫੀ ਲੰਬਾ ਪੁੱਛਿਆ, ਸੋ ਆਪਾਂ ਬ੍ਰੇਕ ਡਾਊਨ ਕਰਦੇ ਹਾਂ, ਠੀਕ ਹੈ ਜੀ। ਪਹਿਲਾਂ ਬਿਲ C24 ਦੀ ਗੱਲ ਕਰਦੇ ਹਾਂ, ਰਾਈਟ। ਜਸਟਿਨ ਟਰੂਡੋ ਨੇ ਜਦੋਂ ਪ੍ਰਧਾਨ ਮੰਤਰੀ ਬਣਨਾ ਅਕਤੂਬਰ 19 ਨੂੰ, ਉਹ ਬਿਲ C24 ਰਿਪੀਲਡ ਹੋਣਗਾ ਐਂਡ ਇਟ ਵਿਲ ਨੋ ਲੋਂਗਰ ਬੀ ਲਾ, ਠੀਕ ਹੈ ਜੀ। ਬਿਲ C51 will be ਬਿਲ C24 ਆਪਾਂ ਸ਼ੁਰੂ ਕਰਦੇ ਹਾਂ, ਸਿਟੀਜ਼ਨਸ਼ਿਪ ਐਕਟ, ਰਾਈਟ, ਜਿਹੜੀ ਡੂਅਲ ਸਿਟੀਜ਼ਨਸ਼ਿਪ ਕ੍ਰੀਏਟ ਕਰਦੀ ਆ, ਰਾਈਟ। ਕੈਨੇਡਾ ਦੀ ਲਿਬਰਲ ਪਾਰਟੀ ਨੇ ਇਹ ਕਿਹਾ ਹੋਇਆ ਜਸਟਿਨ ਟਰੂਡੋ ਜਦੋਂ ਪ੍ਰਧਾਨ ਮੰਤਰੀ ਬਣਦਾ ਅਕਤੂਬਰ 19 ਨੂੰ, that bill C24 will be repealed. It will no longer be law. that ਕੈਨੇਡਾ ਦੇ ਵਿੱਚ ਇੱਕ ਸਿਟੀਜ਼ਨਸ਼ਿਪ ਕਲਾਸ ਆ and that's it. ਮੈਂ ਇੱਦਾਂ ਵੀ ਕਹਿਣਾ ਚਾਹੁੰਦਾ ਕਿ ਹਾਰਪਰ ਸਰਕਾਰ ਨੇ ਇੱਥੇ ਵੀ ਧੱਕਾ ਕੀਤਾ ਹੋਇਆ, ਰਾਈਟ, that 2 ਕਲਾਸ ਸਿਟੀਜ਼ਨਸ ਚਾਹੁੰਦੇ ਆ that ਕਿਤੋਂ ਵੀ ਅਸੀਂ ਸਿਟੀਜ਼ਨਸ਼ਿਪ ਖੋਲੀਏ। ਤੇ ਜਿਹੜੇ ਨਵੇਂ ਕੈਨੇਡੀਅਨਸ ਤੇ ਉਹ ਤਾਂ ਕੋਈ ਭਰੋਸਾ ਵੀ ਨਹੀਂ ਰੱਖਦੇ। ਸਿਟੀਜ਼ਨਸ਼ਿਪ ਫੀ $100 ਹੁੰਦੀ ਸੀ, ਹੁਣ $500 ਦੀ ਕਰਤੀ। ਲੈਂਗੁਏਜ ਟੈਸਟ ਕਿੰਨਾ ਡਿਫਿਕਲਟ ਕਰਤਾ। ਇਹ ਤਾਂ ਚਾਹੁੰਦੇ ਹੀ ਨਹੀਂ that ਆਪਣਾ ਭਾਈਚਾਰਾ ਕੋਈ ਵੀ ਸਿਟੀਜ਼ਨਸ਼ਿਪ ਬਣੇ, ਠੀਕ ਹੈ ਜੀ। ਸੋ ਹੁਣ ਤੁਸੀਂ ਨਾਲ ਗੱਲ ਕੀਤੀ ਸੀਗੀ ਬਿਲ C51 ਤੇ ਲਿਬਰਲ ਪਾਰਟੀ ਕੈਨੇਡਾ ਦੀ ਪੋਜੀਸ਼ਨ ਇਹ ਆ that 10 ਅਮੈਂਡਮੈਂਟਸ ਪ੍ਰਪੋਜ਼ ਕੀਤੇ ਸੀਗੇ ਬਿਲ C51 ਤੇ। ਉਹਦੇ ਵਿੱਚ ਉਹ 2-3 ਰੱਖੇ ਵੀ ਗਏ ਕੰਸਰਵੇਟਿਵ ਪਾਰਟੀ ਸਰਕਾਰ ਦੇ, ਤੇ ਅਸੀਂ ਨਾਲ ਇਹ ਕਿਹਾ ਸੀਗਾ that ਜਦੋਂ ਟਰੂਡੋ ਦੀ ਸਰਕਾਰ ਬਣਦੀ ਆ ਅਕਤੂਬਰ 19 ਨੂੰ, ਬਿਲ C51 will be amended and the necessary provisions will be repealed. ਸੋ ਅਸੀਂ ਚਾਹੁੰਦੇ ਹਾਂ that ਇੱਕ ਤਾਂ sunset clause ਹੋਵੇ, ਇੱਕ ਓਵਰਸਾਈਟ ਕਮੇਟੀ ਹੋਵੇ। ਉਹਦੀ ਓਵਰਸਾਈਟ ਕਮੇਟੀ ਹੈਗੀ ਆਪਣੇ ਇੰਗਲੈਂਡ 'ਚ ਵੀ ਹੈਗੀ ਆ, ਆਪਣੇ ਅਮਰੀਕਾ ਦੇ ਵਿੱਚ ਵੀ ਹੈਗੀ ਆ। ਪਰ ਮੈਂ ਜ਼ਰੂਰ ਕਹਿਣਾ ਚਾਹੁੰਦਾ that ਆਪਾਂ ਇਗਨੋਰ ਨਹੀਂ ਕਰ ਸਕਦੇ that ਆਪਣੇ ਇੰਟਰਨੈਸ਼ਨਲ ਵਰਲਡ ਦੇ ਵਿੱਚ ਕੀ ਹੋਈ ਜਾਂਦਾ। The threat of security is real. ਸੋ ਬੈਲੈਂਸਡ ਅਪਰੋਚ ਹੋਣਾ ਚਾਹੀਦਾ that ਇਹ ਨਹੀਂ ਹੋਵੇ that ਹਾਂ ਜਿਵੇਂ ਹਾਰਪਰ ਚਾਹੁੰਦਾ that ਮੈਂ ਸਾਰਿਆਂ ਨੂੰ ਪੁਲਿਸ ਪਾਵਰ ਦੇਵਾਂ, ਇਹ ਵੀ ਨਹੀਂ ਗੱਲ ਠੀਕ। that ਆਪਣੀ ਜਿਹੜੀ ਚਾਰਟਰ ਰਾਈਟਸ ਆ ਉੱਥੇ ਵੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ, ਪਰ ਆਪਾਂ ਕੈਨੇਡਾ ਨੂੰ ਵੀ ਪ੍ਰੋਟੈਕਟ ਕਰਨਾ। ਸੋ ਉੱਥੇ ਬੈਲੈਂਸ ਅਪਰੋਚ ਹੋਣਾ ਚਾਹੀਦਾ। ਤੇ ਜਿਹੜੀ ਓਵਰਲੀ ਬ੍ਰੌਡ ਡੈਫੀਨੇਸ਼ਨ ਹੈਗੀ ਆ ਬਿਲ C51, ਉਹ ਨੈਰੋ ਹੋਣਗੀ। The police powers will be reduced. The oversight committee will be introduced. A sunset clause will be introduced. At the end of the day, Liberal Party is in the middle ground on this approach to ensure that ਇੱਕ ਤਾਂ ਆਪਾਂ charter ਵੀ ਰੱਖਦੇ ਹਾਂ ਤੇ ਇੱਕ ਆਪਾਂ ਕੈਨੇਡਾ ਦੀ security ਵੀ ਨਾਲ ਰੱਖਦੇ ਹਾਂ। It's a balanced approach. It's the only party that has a balanced approach. If ਤੁਸੀਂ conservative party ਦਾ ਦੇਖ ਲਓ, ਉਹ ਤਾਂ ਧੱਕਾ ਹੀ ਧੱਕਾ। Right? Bill C51 is not going to withstand a charter challenge, in my opinion. ਜਦੋਂ Supreme Court ਨੂੰ ਜਾਣਗਾ, it will most likely be repealed. ਇਹਦੇ ਨਾਲ NDP doesn't have a plan. ਉਹ ਤਾਂ ਚਾਹੁੰਦੇ ਆ that ਆਪਾਂ ਤਾਂ ਲਾਡੀ-ਦਾ world ਦੇ ਵਿੱਚ ਰਹਿੰਦੇ ਆ। You know, that's not a plan in my opinion. But they want to revoke Bill C51 as well if they come into power. Yeah, no, that's fine. But have they proposed the plan? They will propose the plan. They say they will. No, make, they won't. They say they will work with the RCMP. They'll work with the CSIS. Do you also plan to do that? No, we've already said that. We said that we're going to amend and repeal Bill C51 as needed to ensure that we protect Canadians and protect their charter rights. The NDP does not have a plan. And the history of Canada in Parliament, anytime anti-terrorist legislation ਪਹੁੰਚਿਆ ਵੋਟ ਵਾਸਤੇ, NDP ਨੇ ਹਰ ਇੱਕ ਵਾਰੀ ਉਹਦੇ ਵੋਟ against ਪਾਈ ਆ। Right? So they're not ready for power, in my opinion, right? Because ਜਿਹੜੀ ਕੈਨੇਡਾ ਦੀ role in the international world, ਉਹ respect ਨਹੀਂ ਕਰਦੇ. They don't believe that it's real. So Harper ਸਰਕਾਰ ਬਾਹਲਾ ਧੱਕਾ ਕਰਦੀ ਆ, NDP does not have a plan. The Liberal Party ensures that we have a balance between both of them. ਇੱਕ ਹੋਰ ਮੈਂ ਮੁੱਦਾ ਲੈ ਕੇ ਜਾਣਾ ਚਾਹੁੰਦਾ। ਓਨਟਾਰੀਓ ਜਿਹੜਾ ਸਾਡਾ ਸਟੇਟ ਹੈ, ਓਨਟਾਰੀਓ ਤੇ ਕੁਬੈਕ ਜਿਹੜਾ ਆ ਮੈਨੂਫੈਕਚਰਿੰਗ ਸਟੇਟ ਅਸੀਂ ਪ੍ਰੋਵਿੰਸ ਮੰਨਦੇ ਹਾਂ, ਇੱਥੇ ਮੈਨੂਫੈਕਚਰਿੰਗ ਜ਼ਿਆਦਾ ਹੈ। ਪਰ ਜੇ ਅਸੀਂ ਥੋੜਾ ਵੈਸਟ ਵੱਲ ਨੂੰ ਚੱਲ ਜਾਈਏ, ਅਲਬਰਟਾ ਔਨ ਦਾ ਅਦਰ ਹੈਂਡ ਇਜ਼ ਆਇਲ ਪ੍ਰੋਡਿਊਸਿੰਗ ਪ੍ਰੋਵਿੰਸ, ਤੇ ਅਸੀਂ ਸਾਰੇ ਜਾਣਦੇ ਹਾਂ ਕਿ ਆਇਲ ਤੋਂ ਸਾਨੂੰ ਕਿੰਨਾ ਕੁ ਰੈਵਨਿਊ ਆਉਂਦਾ ਹੈ। ਹੁਣ ਆਇਲ ਪ੍ਰਾਈਸਿਸ ਡਾਊਨ ਹੋਣ ਕਰਕੇ ਉੱਥੇ ਜਿਹੜੇ ਜੋ ਹਾਲਾਤ ਬਣੇ ਹੋਏ ਆ ਉਹ ਥੋੜ੍ਹੇ ਜਿਹੇ ਵਧੀਆ ਨਹੀਂ ਹੈਗੇ। ਪਰ ਜਿਹੜਾ ਇੱਕ ਸਵਾਲ ਇੱਥੇ ਖੜਾ ਆਉਂਦਾ ਹੈ ਕਿ ਜਿਹੜਾ ਵੀ ਕੋਈ ਲੀਡਰ ਹੈਗਾ ਆ, ਚਾਹੇ ਕਿਸੇ ਵੀ ਪਾਰਟੀ ਨੂੰ ਹੋਵੇ ਬਿਲੋਂਗ ਕਰਦਾ ਹੋ,
ਉਹਨਾਂ ਦਾ ਅਲਬਰਟਾ ਦੇ ਵਿੱਚ ਬਿਆਨ ਕੁਝ ਹੋਰ ਹੁੰਦਾ ਆ ਤੇ ਜਦੋਂ ਉਹੀ ਲੀਡਰ ਕੁਬੈਕ ਜਾਂ ਓਨਟਾਰੀਓ ਦੇ ਵਿੱਚ ਆਉਂਦਾ ਆ ਤੇ ਉਹਨਾਂ ਦਾ ਬਿਆਨ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਆ। ਉਹ ਸ਼ਾਇਦ ਮੈਨੂਫੈਕਚਰਿੰਗ ਸੈਕਟਰ ਨੂੰ ਫੇਵਰ ਕਰਨ ਲੱਗ ਜਾਂਦੇ ਆ, ਉੱਥੇ ਜਦੋਂ ਜਾਂਦੇ ਆ ਤਾਂ ਆਇਲ ਸੈਕਟਰ ਨੂੰ ਫੇਵਰ ਕਰਨ ਲੱਗ ਜਾਂਦੇ ਆ। ਸੋ ਇਹ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਤਾਂ ਤੁਹਾਡੀ ਐਗਜ਼ਾਮਪਲ ਬਿਲਕੁਲ ਸਹੀ ਆ। ਟਾਮਸ ਮੈਕਲੇਰ ਨੇ ਇੱਕ ਚੀਜ਼ ਕੁਬੈਕ ਦੇ ਵਿੱਚ ਕਹੀ ਆ ਤੇ ਦੂਜੀ ਗੱਲ ਅਲਬਰਟਾ ਦੇ ਵਿੱਚ ਕਹੀ ਆ, ਰਾਈਟ? ਨਾਟ ਓਨਲੀ ਔਨ ਦ ਪਾਈਪਲਾਈਨਸ, ਰਾਈਟ, ਬਟ ਜਿਹੜੀ ਆਪਣੀ ਸੋਵਰਨਟੀ ਦੀ ਵੀ ਇਸ਼ੂ ਆ। ਕੁਬੈਕ ਦੇ ਵਿੱਚ ਕਹਿੰਦਾ that 50+1 ਹੈਗੀ ਆ ਤੇ ਦੂਜੀ ਗੱਲ ਕਹਿੰਦਾ ਇੰਗਲਿਸ਼ ਕੈਨੇਡਾ ਦੇ ਵਿੱਚ। ਸੋ ਇਹ ਬਿਲਕੁਲ ਟੂ ਸਾਈਡਡ ਆ। ਸੋ ਕਿੱਥੇ ਮੁਲਕ ਕਿਹੜਾ, ਅੱਜ ਕਿਹੜਾ ਮੁਲਕ ਕਿਹੜਾ ਪਹੁੰਚਣਗਾ ਪਤਾ ਨਹੀਂ, ਕੋਈ ਪਤਾ ਨਹੀਂ, ਰਾਈਟ? ਸਾਡੀ ਪੋਜੀਸ਼ਨ ਔਨ ਨੈਚੁਰਲ ਰਿਸੋਰਸਿਸ ਆਪਾਂ ਭੁੱਲ ਨਹੀਂ ਸਕਦੇ that ਆਪਣੀ ਇਕਨੋਮੀ ਹੈਵਲੀ ਡਰਿਵਨ ਆ ਨੈਚੁਰਲ ਰਿਸੋਰਸਿਸ ਦਾ, ਰਾਈਟ? ਦੋ ਗੱਲਾਂ ਜ਼ਰੂਰ ਮੈਂ ਕਹਿਣਾ ਚਾਹੁੰਦਾ। ਇੱਕ ਤਾਂ ਕੈਨੇਡਾ ਦੀ ਲਿਬਰਲ ਪਾਰਟੀ ਇਜ਼ ਇਨ ਫੇਵਰ ਆਫ ਕੀਸਟੋਨ ਪਾਈਪਲਾਈਨ। ਇਟ ਵਿਲ ਕ੍ਰੀਏਟ ਜੌਬਸ ਐਂਡ ਇਟਸ ਦ ਬੈਸਟ ਇੰਟਰਸਟ ਆਫ ਆਲ ਕੈਨੇਡੀਅਨਸ ਅਕ੍ਰੋਸ ਦ ਬੋਰਡ। ਪਰ ਇੱਥੇ ਜਸਟਿਨ ਟਰੂਡੋ ਨੇ ਸਾਫ਼ ਕੀਤਾ ਕਿ ਅਸੀਂ ਕੇਸ ਟੂ ਕੇਸ ਦੇਖਾਂਗੇ। Nee, on Energy East, after Keystone, it will be on a case-to-case basis, Virji. But on Keystone, we are 100% in agree with it, and we will go forward. Unless koi nami environmental report hondi hai. But jitni information aaj tak pahunchi hai, the Liberal Party is in favor of the pipeline. Jidi dujiyan pipeline, it will be on a case-to-case basis with a wide consultation. The sare table te aunge, jitni impact hongi. But at the end of the day, if it's good economically and for the environment, because it do gallan hon coincide kardiyan, the pipelines will go forward, right? So you will work with the First Nations community and the environmental organizations? 100%. Justin Trudeau ਪਿਛਲੇ ਹਫਤੇ ਹੀ introduction ਕੀਤੀ ਸੀਗੀ for new funding for First Nations, especially on the education, because ਉਹਨਾਂ ਵਿਚਾਰਿਆਂ ਦਾ education ਕਾਫੀ ਘੱਟ ਹੁੰਦੀ ਆ। ਸੋ ਜਿੰਨੇ ਉੱਥੇ ਜ਼ਿਆਦਾ resources ਅਸੀਂ ਦੇ ਸਕਦੇ ਹਾਂ ਅਸੀਂ ਜ਼ਰੂਰ ਦੇਵਾਂਗੇ। And the environment, ਹਾਰਪਰ ਦੀ ਸਰਕਾਰ ਨੇ ਤਾਂ ਕੁਝ ਵੀ ਨਹੀਂ ਕੀਤਾ। ਸਾਡੀ international reputation ਸਾਰਿਆਂ ਨੂੰ ਪਤਾ that the environment ਲੋਕੀ ਆਪਣੇ ਹੱਸਦੇ ਆ, especially environmental groups, ਤੇ Justin has a real plan for the environment. ਤੇ ਇਹਦੇ ਨਾਲ plan ਇਹ ਆ that ਆਪਾਂ economy ਤੇ environment ਨੂੰ ਇਕੱਠਿਆਂ ਨੂੰ ਵਧਾਉਣਾ, environmental regulations ਨੂੰ। ਇਹਦਾ ਕਾਰਨ ਇਹ ਆ that what's good for the economy is also good for the environment and vice versa. ਆਪਾਂ ਹੁਣ ਭੁੱਲ ਨਹੀਂ ਸਕਦੇ that ਇਹ ਚੀਜ਼ਾਂ impact ਕਰਨਗੀਆਂ in the next 20, 50, 30 years. ਜੀ ਰਾਜ ਜੀ, ਤੁਸੀਂ ਸਾਡੇ ਕੋਲ ਆਏ, ਸਾਡੇ ਨਾਲ ਗੱਲਬਾਤ ਕੀਤੀ, ਸਮਾਂ ਕਾਫੀ ਹੋ ਚੱਲਿਆ ਔਰ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਆਪਣੇ ਵੱਲੋਂ ਜਿਹੜਾ ਮੈਸੇਜ ਹੈਗਾ ਆ ਉਹ ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹੋ? ਇਹੀ ਬੇਨਤੀ ਹੈ ਕਿ ਤੁਸੀਂ ਬ੍ਰੈਂਪਟਨ ਈਸਟ ਦੇ ਵਿੱਚ ਰਹਿੰਦੇ ਵਾਸਤੇ ਮੇਰੇ ਵਾਂਗੂ ਜ਼ਰੂਰ ਰਾਜ ਗਰੇਵਾਲ ਨੂੰ ਵੋਟ ਪਾਉਣੀ ਅਕਤੂਬਰ 19 ਨੂੰ। ਸਾਡੇ ਲਈ ਕੋਈ ਸੇਵਾ ਜ਼ਰੂਰ ਦੱਸਣਾ। ਸਾਡਾ ਆਫਿਸ ਹੈਗਾ 221 ਵਿਲੀਅਮਸ ਪਾਰਕਵੇ ਈਸਟ ਦੇ ਵਿੱਚ, ਤੇ ਜ਼ਰੂਰ ਪਹੁੰਚਣਾ, ਜ਼ਰੂਰ ਦਰਸ਼ਨ ਦੇਣਾ। ਇਹਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਰਾਜ ਗਰੇਵਾਲ ਜੀ, ਜਿਨ੍ਹਾਂ ਨਾਲ ਅਸੀਂ ਬਹੁਤ ਸਾਰੇ ਮੁੱਦਿਆਂ ਉੱਤੇ ਗੱਲਬਾਤ ਕੀਤੀ, ਪਾਰਟੀ ਪਾਲਿਸੀਜ਼ ਦੇ ਉੱਤੇ ਗੱਲਬਾਤ ਕੀਤੀ, ਨਾਲ ਹੀ ਇਹਨਾਂ ਦੇ ਪਰਸਨਲ ਜਿਹੜੇ ਵਿਚਾਰ ਸੀਗੇ ਉਹਨਾਂ ਬਾਰੇ ਵੀ ਜਾਣਿਆ, ਅਸੀਂ ਇਹਨਾਂ ਦੀ ਪਰਸਨਲ ਲਾਈਫ ਬਾਰੇ ਵੀ ਜਾਣਿਆ। ਸੋ ਰਾਜ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਔਰ ਸਟੂਡੀਓ ਦੇ ਵਿੱਚ ਆਉਣ ਦੇ ਲਈ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।